ਹਰ ਦਰ ਹਰ ਦਰਬਾਰ ਵੀ ਵਿਕਦਾ ਹੈ, ਦੁਸ਼ਮਣ ਵਿਕਦਾ ਹੈ, ਯਾਰ ਵੀ ਵਿਕਦਾ ਹੈ। ਵੋਟਰ ਨੇ 2 ਕਰੋੜ 12 ਲੱਖ ਦੇ ਕਰੀਬ ਪੰਜਾਬ ਦੇ, ਉਹਨਾਂ ਨੂੰ ਰਾਈਟ ਅੱਜ ਵੀ ਉਹ ਸੱਚ ਜਿਹੜਾ ਆ ਉਹਦਾ ਮੁੱਲ ਪਾਉਣ, ਫਿਰ ਕਿਉਂ ਝੂਠਾਂ ਦਾ ਮੁੱਲ ਪੈਂਦਾ? ਮਾਂ ਦੀ ਖਲਾਈ ਹੀ ਜਿਹੜੀ ਬੁਰਕੀ ਹੈਗੀ ਹੈ ਉਹ ਆਪਣੇ ਮੂੰਹ ਨੂੰ ਨਹੀਂ ਸੀ ਜਾਂਦੀ, ਉਹ ਪੁੱਤ ਦੇ ਮੂੰਹ ਨੂੰ ਜਾਂਦੀ ਸੀ। ਤੇ ਅੱਜ ਸਾਨੂੰ ਇਹੋ ਜਿਹੇ ਹੀ ਕਿਸੇ ਵਿਅਕਤੀ, ਲੀਡਰ ਜਾਂ ਸਾਰੇ ਲੀਡਰਾਂ ਦੀ ਜ਼ਰੂਰਤ ਹੈ, ਮੇਰੀ ਮਾਂ ਵਰਗੇ। ਕਿ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਸ਼ਬਦ ਟਿਕਟ ਜੰਮਿਆ ਕਿੱਥੋਂ ਹੈ ਜੀ? ਇਹਦਾ ਮਾਨਾ ਕੀ ਹੈ? ਇਹ ਕੋਈ ਸਰਕਸ ਹੈ? ਠੀਕ ਹੈ। ਇਹ ਕੋਈ ਸਿਨੇਮਾ ਹਾਲ ਹੈ? ਬਿਲਕੁਲ ਠੀਕ ਹੈ। ਜਿੱਥੇ ਸ਼ਬਦ ਟਿਕਟ ਆ ਗਿਆ। ਚੁਆਇਸ ਹੈ ਹੀ 5 ਨੇ ਇਸ ਵੇਲੇ ਪਾਰਟੀਆਂ, ਤੇ ਹੁਣ ਉਹਨਾਂ ਚੋਂ ਹੀ ਦੇਖੂਗਾ ਨਾ ਵੀ ਕਿਹੜਾ ਬੈਟਰ ਹੈ। ਕਿ ਜਿਸ ਬੰਦੇ ਨੂੰ ਤੁਸੀਂ ਚੁਣੋਗੇ, ਜਿਸ ਬੰਦੇ ਦੇ ਵਿਰੋਧ ਦੇ ਵਿੱਚ, ਕੱਲ ਨੂੰ ਇਹੋ ਹੀ ਚੁਣਿਆ ਹੋਇਆ ਬੰਦਾ ਉਸ ਦੇ ਨਾਲ, ਉਸ ਦੀ ਪਾਰਟੀ ਦੇ ਨਾਲ ਜਾ ਕੇ ਗਲਵੱਖੜੀ ਪਾ ਲੇਗਾ। ਇਹੀ ਨਹੀਂ ਕਲੀਅਰ ਹੈਗਾ ਤੇ ਉਹ ਮਾਂ ਕਿੱਥੋਂ ਲੱਭੇਗੀ? ਕਈ ਵਿਧਾਇਕਾਂ ਨੂੰ ਦੇਖ ਕੇ ਸ਼ਰਮ ਆਉਂਦੀ ਹੈ ਵੀ ਯਾਰ ਇਹ ਵਿਧਾਇਕ ਹੈ, ਇੰਨਾ ਸੀਰੀਅਸ ਇਸ਼ੂ ਡਿਸਕਸ ਹੋ ਰਿਹਾ, ਉੱਥੇ ਬੋਲ ਹੀ ਨਹੀਂ ਰਿਹਾ, ਗੂੰਗਾ ਬਣ ਕੇ ਬੈਠਾ, ਜਾਂ ਜੇ ਬੋਲ ਰਿਹਾ ਤੇ ਬੋਲ ਕੀ ਰਿਹਾ? ਉਹ ਡਰ ਜਿੰਨੀ ਦੇਰ ਤੱਕ ਪੈਦਾ ਨਹੀਂ ਹੁੰਦਾ ਉਨੀ ਦੇਰ ਤੱਕ ਕੋਈ ਵੀ ਸਿਸਟਮ ਕੰਮ ਨਹੀਂ ਕਰ ਸਕਦਾ। ਪੰਜਾਬ ਅੱਜ ਚੋਣ ਮੇਲੇ ਨਾਲ ਰੰਗਿਆ ਪਿਆ, ਪਰ ਨਾਲ ਦੀ ਨਾਲ ਪੰਜਾਬ ਦੇ ਦੁਖਾਂਤ ਜਿਹੜੇ ਨੇ ਉਹ ਵੀ ਇਰਦ ਗਿਰਦ ਕਿਤੇ ਘੁੰਮਦੇ ਲੱਗਦੇ ਨੇ। ਪਰ ਸਵਾਲ ਕਈ ਖੜੇ ਹੋ ਰਹੇ ਨੇ। ਚੋਣ ਮੈਦਾਨ 'ਚ ਉਤਰੇ ਉਮੀਦਵਾਰਾਂ ਲਈ ਵੰਡੀਆਂ ਜਾ ਰਹੀਆਂ ਟਿਕਟਾਂ ਵੰਡਣ ਦਾ ਨਿਕਲ ਰਹੇ ਬਗਾਵਤ ਦੇ ਧੂਏ, ਕਈ ਕੁਛ ਚੱਲ ਰਿਹਾ। ਪਰ ਲੱਗਦਾ ਇਹ ਹੈ ਵੀ ਮੇਰਾ ਪੰਜਾਬ ਇਹ ਸਾਰੇ ਰੋਲ ਘਚੋਲੇ ਵਿੱਚੋਂ ਗੁੰਮ ਹੈ। ਮੇਰੇ ਪੰਜਾਬ ਦਾ ਅਰਥ ਪੰਜਾਬ ਦੇ 3 ਕਰੋੜ ਦੇ ਕਰੀਬ ਵਿਅਕਤੀ, ਕੋਈ ਸਸਤੋ ਸਸਤੀ, ਕੋਈ ਮੁਫਤੋ ਮੁਫਤੀ ਮਾਲ ਵੰਡ ਰਿਹਾ, ਤੇ ਕੋਈ ਇੱਦਾਂ ਦੇ ਦਾਅਵੇ ਕਰ ਰਿਹਾ ਵੀ ਜੇ ਕਿਤੇ ਉਹ ਪੂਰੇ ਹੋ ਜਾਣ ਤੇ ਸੱਚਮੁੱਚ ਪੰਜਾਬ ਕੈਨੇਡਾ ਅਮਰੀਕਾ ਬਣ ਜੇ। ਪਰ ਇਹਦੇ ਸਾਰੇ ਵਿੱਚ ਇੱਕ ਗੱਲ ਸਮਝਣ ਦੀ ਲੋੜ ਹੈ ਵੀ ਯਾਰ ਸਿਆਸਤ ਹੈ ਕੀ ਹੈ। ਜਿਵੇਂ ਕਹਿੰਦੇ ਨੇ ਵੀ ਦੁਨੀਆ ਦੇ ਸ਼ਾਇਦ 95% ਵਿਅਕਤੀਆਂ ਨੂੰ, ਇਨਸਾਨਾਂ ਨੂੰ ਮਰਨ ਤੱਕ ਵੀ ਇਹ ਸਮਝ ਨਹੀਂ ਆਉਂਦੀ ਵੀ ਜ਼ਿੰਦਗੀ ਦੀ ਪਰਿਭਾਸ਼ਾ ਕੀ ਹੈ। ਕੀ ਰੋਟੀ ਖਾਣ ਲਈ ਜੀ ਰਹੇ ਹਾਂ, ਕੀ ਐਸ਼ ਕਰਨ ਲਈ ਜੀ ਰਹੇ ਹਾਂ, ਜਾਂ ਕੁਛ ਹੋਰ ਕਰਨ ਲਈ ਜੀ ਰਹੇ ਹਾਂ। ਔਰ ਇਸੇ ਤਰ੍ਹਾਂ ਅੱਜ ਇਹ ਦੱਸਣ ਦਾ ਯਤਨ ਕਰਾਂਗੇ ਵੀ ਦਰਅਸਲ ਸਿਆਸਤ ਹੈ ਕੀ ਹੈ। ਇਹਦੇ ਸੰਬੰਧ ਵਿੱਚ ਡਾਕਟਰ ਅਜੀਤ ਕੰਵਲ ਜੀ, ਜਿਨ੍ਹਾਂ ਨੂੰ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਪੰਜਾਬ 'ਚ ਤੁਸੀਂ ਬੜੀ ਖੂਬਸੂਰਤ ਚਿੱਟੇ ਰੰਗ ਦੀ ਪੱਗ ਬੰਨ੍ਹਦਿਆਂ, ਵਿਚਰਦਿਆਂ, ਘੁੰਮਦਿਆਂ ਦੇਖਿਆ ਹੋਊਗਾ। ਬੜੇ ਵੱਡੇ ਅਹੁਦੇ 'ਤੇ ਸਨ ਤੇ ਹੁਣ ਹੋਏ ਨੇ ਸੇਵਾ ਮੁਕਤ। ਤੇ ਜਦੋਂ ਸੇਵਾ ਮੁਕਤ ਬੰਦਾ ਹੁੰਦਾ ਤੇ ਫਿਰ ਕਈ ਯਾਦਾਂ ਵੀ ਮਨ 'ਚ ਹੁੰਦੀਆਂ ਨੇ। ਸੋ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਤਜਰਬੇ ਤੇ ਉਹਨਾਂ ਦੀਆਂ ਯਾਦਾਂ ਅੱਜ ਤੁਹਾਡੇ ਸਨਮੁਖ ਰੱਖੀਏ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਜੀ ਆਇਆਂ ਨੂੰ। ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਬਹੁਤ ਮਿਹਰਬਾਨੀ। ਸਿੱਧੀ ਗੱਲ ਹੀ ਕਰਦੇ ਹਾਂ ਡਾਕਟਰ ਸਾਹਿਬ, ਤੁਹਾਡੇ ਅਰਥਾਂ ਮੁਤਾਬਕ ਸਿਆਸਤ ਦੀ ਪਰਿਭਾਸ਼ਾ ਕੀ ਹੈ? ਰਾਜਨੀਤੀ ਨੂੰ ਜੇ ਅਸੀਂ ਇਹਦਾ ਸੰਧੀ ਛੇਦ ਕਰੀਏ, ਰਾਜ ਤੇ ਨੀਤੀ ਜੀ, ਇਹ ਦੋ ਬੜੇ ਹੀ ਇੰਪੋਰਟੈਂਟ ਸ਼ਬਦ ਨੇ ਜੀ। ਰਾਜ, ਨੀਤੀ। ਪਰ ਇਹਨਾਂ ਦੀ ਪਰਿਭਾਸ਼ਾ ਬਦਲਦੀ ਹੈ ਜਦੋਂ ਇਹਨਾਂ ਨੂੰ ਅਸੀਂ ਵੱਖ-ਵੱਖ ਸਥਾਨਾਂ ਤੋਂ ਦੇਖਦੇ ਹਾਂ। ਬਤੌਰ ਲੀਡਰ ਮੈਂ ਇਹਨੂੰ ਅਲੱਗ ਥਾਂ ਤੇ ਖੜ ਕੇ ਜਦੋਂ ਦੇਖਾਂਗਾ ਤਾਂ ਰਾਜ ਔਰ ਨੀਤੀ ਦੇ ਅਰਥ ਬਦਲ ਜਾਣਗੇ। ਬਤੌਰ
ਇੱਕ ਪੰਜਾਬੀ ਜਾਂ ਇੱਕ ਵੋਟਰ ਜਾਂ ਇੱਕ ਰਾਜ ਦਾ ਅਦਨਾ ਬੰਦਾ ਵਿਅਕਤੀ, ਉਹ ਜਦੋਂ ਇਹ ਦੇਖੇਗਾ ਉੱਥੇ ਇਹਦੇ ਅਰਥ ਵੱਖਰੇ ਹੋ ਜਾਣਗੇ। ਜਿਹੜੀ ਸਾਡੀ ਸਥਿਤੀ ਇਸ ਵੇਲੇ ਰਾਜਨੀਤੀ ਦੇ ਵਿੱਚ ਰੌਲ ਘਚੋਲੇ ਵਾਲੀ ਤੁਸੀਂ ਕਿਹਾ ਬਣੀ ਹੋਈ ਆ, ਉਹ ਇਸੇ ਕਰਕੇ ਹੈ ਕਿਉਂਕਿ ਇਹਨੂੰ ਇੱਕ ਤਰੀਕੇ ਨਾਲ ਡਿਫਾਈਨਡ ਹੀ ਨਹੀਂ ਕੀਤਾ ਜਾ ਰਿਹਾ। ਲੀਡਰ ਇਹਨੂੰ ਰਾਜ ਕਰਨ ਦੀ ਨੀਤੀ ਦਾ ਨਾਮ ਦਿੰਦਾ, ਓਕੇ, ਤੇ ਜਿਹੜਾ ਆਮ ਵਿਅਕਤੀ ਹੈ ਉਹ ਇਹਨੂੰ ਰਾਜ ਦੀ ਨੀਤੀ ਦਾ ਓਕੇ, ਨਾਮ ਦਿੰਦਾ। ਔਰ ਰਾਜ ਉਹਦੇ ਵਾਸਤੇ ਸਿਰਫ ਇਹ ਨਹੀਂ ਹੈ ਕਿ ਕਿਸੇ ਬੰਦੇ ਨੇ ਆ ਕੇ ਉਹਨੂੰ ਹੈਂਟਰ ਮਾਰਨਾ, ਉਹਦੇ ਲਈ ਰਾਜ ਹੈ ਉਹਦੇ ਬਾਰੇ ਸੋਚਣਾ। ਰਾਜ ਦੀ ਨੀਤੀ ਜਿਹੜੀ ਹੈਗੀ ਹੈ, ਜਦੋਂ ਉਹ ਰਾਜ ਲਈ ਨੀਤੀ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਤੇ ਮਸਲਾ ਸਾਰਾ ਹੀ ਉਲਝ ਜਾਂਦਾ ਹੈ। ਫਿਰ ਲੱਗਦਾ ਨਹੀਂ ਵੀ ਰਾਜ ਕਰਨ ਲਈ ਸਿਆਸੀ ਪਾਰਟੀਆਂ ਰਾਜਨੀਤੀ ਬਣਾਉਂਦੀਆਂ ਨੇ, ਤੇ ਰਾਜ ਕਰਨ ਲਈ ਜਿਹੜੇ ਉਹਨਾਂ ਦੇ ਕਰਿੰਦੇ ਕਹਿ ਲਓ, ਉਹਨਾਂ ਦੇ ਉਮੀਦਵਾਰ ਕਹਿ ਲਓ, ਉਹ ਰਣਨੀਤੀ ਘੜਦੇ ਨੇ। ਤੇ ਜਦੋਂ ਰਣਨੀਤੀ ਘੜੀ ਇਸ ਲਈ ਜਾਵੇ ਵੀ ਮੈਂ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨੀਆਂ, ਸਿਰਫ ਮੇਰਾ ਕੰਮ ਇਹੀ ਹੈ ਵੀ ਵਿਧਾਨ ਸਭਾ ਦੇ ਪੌੜੀਆਂ ਚੜ੍ਹ ਕੇ ਵਿਧਾਨ ਸਭਾ ਦਾ ਮੈਂਬਰ ਬਣ ਕੇ ਵਿਧਾਇਕ ਬਣਨਾ, ਫਿਰ ਮੰਤਰੀ ਬਣਨਾ, ਤੇ ਜੇ ਫਿਰ ਦਾ ਲੱਗ ਗਿਆ ਮੁੱਖ ਮੰਤਰੀ ਬਣਨਾ, ਤੇ ਘਚੋਲਾ ਇਸੇ ਕਰਕੇ ਪਿਆ। ਇਹਨੂੰ ਦੂਜੇ ਸ਼ਬਦਾਂ 'ਚ ਮੈਂ ਦੱਸ ਦਿੰਦਾ, ਮੈਨੂੰ ਚਾਹੀਦਾ ਕੀ ਹੈ ਬਤੌਰ ਆਮ ਲੋਕ, ਮੈਨੂੰ ਕੀ ਚਾਹੀਦਾ, ਮੈਨੂੰ ਕੀ ਉਹ ਮਿਲ ਰਿਹਾ, ਜੇ ਨਹੀਂ ਮਿਲ ਰਿਹਾ ਤੇ ਰੌਲਾ ਕਿੱਥੇ ਹੈ। ਇੱਕ ਬੜੀ ਕਹਾਵਤ ਹੈਗੀ ਹੈ ਕਿ ਬੁਰਕੀ ਆਪਣੇ ਮੂੰਹ ਨੂੰ ਜਾਂਦੀ ਹੈ। ਹੁਣ ਮੈਂ ਛੋਟੇ ਹੁੰਦੇ ਤੋਂ ਸੁਣਦਾ ਸੀ ਕਿ ਬੁਰਕੀ ਆਪਣੇ ਮੂੰਹ ਨੂੰ ਜਾਂਦੀ ਹੈ, ਮੇਰਾ ਹੱਥ ਵੀ ਹੁੰਦਾ ਹੈ ਬੁਰਕੀ ਆਪਣੇ ਮੂੰਹ ਨੂੰ ਜਾਂਦੀ ਹੈ, ਪਰ ਨਹੀਂ, ਇਹ ਗਲਤ ਹੈ। ਛੋਟੇ ਹੁੰਦੇ ਮੈਂ ਆਪਣੇ ਆਪ ਆਪਣੀ ਮਾਂ ਨੂੰ ਦੇਖ ਕੇ ਸਾਹਮਣੇ ਬੈਠੀ ਨੂੰ ਮੈਂ ਰੋਟੀ ਨਹੀਂ ਸੀ ਖਾਂਦਾ ਹੁੰਦਾ, ਮੈਂ ਆਪਣੇ ਹੱਥ ਜਾਂ ਤਾਂ ਜੇਬਾਂ 'ਚ ਪਾ ਲੈਂਦਾ ਸੀ ਜਾਂ ਪਿੱਛੇ ਕਰ ਲੈਂਦਾ ਸੀ ਵੀ ਮਾਂ ਬੈਠੀ ਆ, ਮਾਂ ਆਪੇ ਕਰੂ ਬੈਠੀ ਸਭ ਹੈ। ਕੁਝ। ਔਰ ਮਾਂ ਮੇਰੀ ਮੈਨੂੰ ਬੁਰਕੀ ਬੁਰਕੀ ਰੋਟੀ ਖਿਲਾਉਂਦੀ ਸੀ, ਉਹ ਮੈਨੂੰ ਯਾਦ ਹੈ। ਔਰ ਮਾਂ ਦੀ ਖਿਲਾਈ ਹੀ ਜਿਹੜੀ ਬੁਰਕੀ ਹੈਗੀ ਹੈ, ਉਹ ਆਪਣੇ ਮੂੰਹ ਨੂੰ ਨਹੀਂ ਸੀ ਜਾਂਦੀ, ਉਹ ਪੁੱਤ ਦੇ ਮੂੰਹ ਨੂੰ ਜਾਂਦੀ ਸੀ। ਤੇ ਅੱਜ ਸਾਨੂੰ ਇਹੋ ਜਿਹੇ ਹੀ ਕਿਸੇ ਵਿਅਕਤੀ, ਲੀਡਰ ਜਾਂ ਸਾਰੇ ਲੀਡਰਾਂ ਦੀ ਜ਼ਰੂਰਤ ਹੈ, ਮੇਰੀ ਮਾਂ ਵਰਗੇ। ਕਿਆ ਬਾਤ ਹੈ। ਤੁਹਾਡਾ ਮਤਲਬ ਵੀ ਇੱਦਾਂ ਦੇ ਐਮਐਲਏ, ਇੱਦਾਂ ਦੇ ਮੰਤਰੀ, ਇੱਦਾਂ ਦੇ ਮੁੱਖ ਮੰਤਰੀ ਬਣਨੇ ਚਾਹੀਦੇ ਜਾਂ ਸੰਸਦ 'ਚ ਜਾਣੇ ਚਾਹੀਦੇ ਨੇ, ਜਿਹੜੇ ਬੁਰਕੀ ਪੰਜਾਬ ਦੇ ਮੂੰਹ 'ਚ ਪਾਉਣ, ਨਾ ਕਿ ਪੰਜਾਬ ਦੇ ਢਿੱਡ 'ਚੋਂ ਕੱਢ ਕੇ ਤੇ ਆਪਣੇ ਮੂੰਹ 'ਚ ਪਾਉਣ। ਉਹ ਬਣਾਏ ਇਸ ਕਰਕੇ ਨਹੀਂ ਜਾਂਦੇ ਕਿ ਉਹ ਪੰਜਾਬ ਨੂੰ ਖਾ ਲੈਣ, ਉਹ ਬਣਾਏ ਇਸ ਕਰਕੇ ਜਾਂਦੇ ਆ ਕਿ ਪੰਜਾਬ ਨੂੰ ਖਵਾਉਣ। ਤਰਾਸਦੀ ਸਾਡੀ ਇਹ ਹੈਗੀ ਹੈ ਕਿ ਆਮ ਲੋਕਾਂ ਨੂੰ ਇਹ ਗੱਲ ਸਮਝਦੇ 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 ਮੁੱਦਤਾਂ ਹੋ ਗਈਆਂ, ਔਰ ਅਸੀਂ ਕਿਤੋਂ ਦਾ ਕਿਤੋਂ ਪਹੁੰਚ ਗਏ। ਮੇਰੀ ਜਿੰਨੀ ਕੁ ਉਮਰ ਹੈ ਉਹਦੇ ਵਿੱਚ ਮੈਂ ਮੰਡਲ ਵੀ ਦੇਖੇ, ਫਿਰ ਪਰਜਾ ਮੰਡਲ ਵੀ ਦੇਖੇ, ਓਕੇ, ਤੇ ਅੱਜ ਕਮੰਡਲ ਵੀ ਦੇਖ ਲਏ। ਮਤਲਬ ਸਪਸ਼ਟ ਹੈ। ਹੋਰ ਸਪਸ਼ਟ ਕਰੋ। ਮਾਵਾਂ ਜਿਹੜੀਆਂ ਬੁਰਕੀ ਦਿੰਦੀਆਂ ਸੀ ਤੁਹਾਡੇ ਮੂੰਹ ਨੂੰ, ਉਹ ਹੌਲੀ 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 ਮੁੱਕ ਗਈਆਂ, ਬੁੱਢੀਆਂ ਹੋ ਗਈਆਂ, ਖਤਮ ਹੋ ਗਈਆਂ, ਉਹਨਾਂ ਨੂੰ ਐਲੀਮੀਨੇਟ ਕਰ ਦਿੱਤਾ ਗਿਆ ਸਾਰੇ ਸੀਨ ਦੇ ਵਿੱਚੋਂ। ਅੱਜ ਸਿਰਫ ਤੇ ਸਿਰਫ ਆਪਣੇ ਮੂੰਹ ਨੂੰ ਬੁਰਕੀ ਜਾਣ ਵਾਲੇ ਜਿਹੜੇ ਕਰੈਕਟਰ ਨੇ ਉਹ ਉੱਭਰਵੇਂ ਹੋ ਗਏ, ਤੇ ਜਦੋਂ ਉਹਨਾਂ ਦੇ ਮੂੰਹ ਨੂੰ ਬੁਰਕੀ ਜਾਏਗੀ ਤਾਂ ਮੇਰੇ ਪੰਜਾਬ ਦੇ ਮੂੰਹ 'ਚ ਬੁਰਕੀ ਨਹੀਂ ਪਏਗੀ। ਬਹੁਤ ਵੱਡੀ ਗੱਲ ਤੁਸੀਂ ਕਹੀ ਹੈ ਡਾਕਟਰ ਸਾਹਿਬ, ਇਹੀ ਤਰਾਸਦੀ ਲੱਗਦੀ ਹੈ। ਜੇ ਆਪਾਂ ਰਾਜਨੀਤੀ ਦੀ ਗੱਲ ਕਰੀਏ, ਪਹਿਲੋਂ ਦੇਖਦੇ ਸੀ ਲੀਡਰ, ਜਿੰਨੀ ਕੁ ਸਾਡੀ ਉਮਰ ਆ, ਭਲੇ ਜ਼ਮਾਨੇ ਸੀ, ਕਿਤੇ ਲੱਗਦਾ ਸੀ ਵੀ ਯਾਰ ਕਮਾਲ ਹੈ, ਇਹ ਐਮਐਲਏ ਹੈ,
ਇਹ ਮੰਤਰੀ ਆ ਖੱਦਰ ਦਾ ਕੁੜਤਾ ਜਿਹਾ ਪਾਈ ਫਿਰਦਾ ਹਨਾ। ਚਲੋ ਖੱਦਰ ਦਾ ਕੁੜਤਾ ਤੇ ਹੁਣ ਵੀ ਕਈ ਪਾਉਂਦੇ ਨੇ ਆਪਣੇ ਪਾਪ ਛਪਾਉਣ ਲਈ, ਪਰ ਉਹ ਸੱਚੀ ਮੁੱਚੀ ਗੱਲਾਂ ਵੀ ਖੱਦਰ ਵਰਗੀਆਂ ਬੜੀਆਂ ਪਵਿੱਤਰ ਸਾਫ਼ ਸੂਫ ਕਰਦੇ ਸੀ। ਇਹਦਾ ਮਤਲਬ ਇਹ ਹੋਇਆ ਵੀ ਹੁਣ ਰਾਜਨੀਤੀ ਜਿਹੜੀ ਹੈ ਰਾਜ ਕੇਵਲ ਹਥਿਆਉਣ ਲਈ ਕੀਤੀ ਜਾਂਦੀ ਹੈ। ਤੇ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਇੱਕ ਮਹਿਲਾ ਨੂੰ ਟਿਕਟ ਨਹੀਂ ਮਿਲੀ ਤੇ ਉਹਦਾ ਪਤੀ ਜਿਹੜਾ ਭੁੱਬਾ ਮਾਰ ਰਿਹਾ ਸੀ, ਕਹਿੰਦਾ ਹੈ ਗਰੀਬ ਨਾਲ ਬਹੁਤ ਧੱਕਾ ਹੋਇਆ। ਉਹ ਫਿਰ ਸਿਰਫ ਰਾਜ ਲੈਣ ਲਈ ਰੋ ਰਿਹਾ ਸੀ। ਉਹਦਾ ਰੋਣਾ ਕੀ ਸੀ ਕੀ ਨਹੀਂ ਸੀ ਇਹ ਤਾਂ ਨਹੀਂ ਮੈਂ ਦੱਸ ਸਕਦਾ, ਪਰ ਜੋ ਸਿਸਟਮ ਦੇ ਵਿੱਚ ਅੱਜ ਸ਼ਾਇਦ ਚੱਲ ਰਿਹਾ ਉਹਦੇ ਬਾਰੇ ਮੈਂ ਤੁਹਾਨੂੰ ਆਪਣੀਆਂ ਦੋ ਚੰਦ ਲਾਈਨਾਂ ਦੇ ਵਿੱਚ ਵਾਹ ਜੇ ਮੈਂ ਕੁਝ ਅਰਜ਼ ਕਰਾਂਗਾ ਤੇ ਥੋੜਾ ਪਾਠਕਾਂ ਨੂੰ ਦੱਸ ਵੀ ਦਈਏ ਵੀ ਇਹ ਸਿਰਫ ਅਧਿਕਾਰੀ ਨਹੀਂ, ਖੁਸ਼ਕ ਜੇ ਅਧਿਕਾਰੀ ਨਹੀਂ ਸੀ। ਡਾਕਟਰ ਸਾਹਿਬ ਜਿਹੜੇ ਇਹ ਕਦੀ ਕਦੀ ਜਿੱਥੇ ਸਾਨੂੰ ਖਬਰਾਂ ਦੇ ਬੰਡਲ ਸੁੱਟਦੇ ਸੀ ਸਾਡੀ ਮੇਲ 'ਚ ਜਾਂ ਸਾਡੇ ਮੋਬਾਈਲ ਫੋਨਾਂ ਤੇ ਫਿਰ ਕਦੀ ਕਦੀ ਬੜੀ ਖੂਬਸੂਰਤ ਆਪਣੀ ਰਚਨਾ ਵੀ ਦੱਸਦੇ ਸੀ। ਤੇ ਹੁਣ ਤੇ ਉਸ ਬੰਧਨ 'ਚੋਂ ਖੁੱਲ ਗਏ ਨੇ। ਖੁੱਲ ਕੇ ਦੱਸੋ ਜੀ ਆਪਣੀ ਰਚਨਾ। ਨਹੀਂ, ਐਸੀ ਕੋਈ ਗੱਲ ਨਹੀਂ ਹੈ। ਬੰਧਨ ਉਦੋਂ ਵੀ ਸਨ, ਬੰਧਨ ਹੁਣ ਵੀ ਨੇ ਜੀ। ਸ਼ਿਸ਼ਟਾਚਾਰ ਦੇ ਜਿਹੜੇ ਬੰਧਨ ਹੈ ਉਹ ਵਿਅਕਤੀ ਲਈ ਹਮੇਸ਼ਾ ਹੀ ਹੁੰਦੇ ਆ ਜੀ ਜੀ। ਤੇ ਸਮਝਣ ਵਾਲੇ ਨੂੰ ਆਪਣੀ ਸਮਝ ਦੇ ਨਾਲ ਉਹਨਾਂ ਗੱਲਾਂ ਦੇ ਵਿੱਚੋਂ ਉਹਦੇ ਅਰਥ ਜਿਹੜੇ ਹੈਗੇ ਆ ਉਹ ਗ੍ਰਹਿਣ ਕਰ ਲੈਣੇ ਚਾਹੀਦੇ ਆ। ਇਸ ਰਚਨਾ ਦਾ ਸ਼ੀਰਸ਼ਕ ਹੈ ਜੀ ਬਾਜ਼ਾਰ। ਜੀ। ਬਾਜ਼ਾਰ ਚੀਜ਼ਾਂ ਵਿਕਦੀਆਂ, ਚੀਜ਼ਾਂ ਮਿਲਦੀਆਂ ਜਿੱਥੇ ਉੱਥੇ। ਤੇ ਜੇ ਰਾਜਨੀਤੀ ਦੀ ਗੱਲ ਕਰੀਏ ਤਾਂ ਉਹ ਵੀ ਕਿਤੇ ਨਾ ਕਿਤੇ ਉਸ ਬਾਜ਼ਾਰ ਦੇ ਵਿੱਚ ਹੀ ਤਬਦੀਲ ਹੋ ਗਈ ਹੈ ਕਿ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ ਤਾਂ ਉਸ ਵੇਲੇ ਉਹਦੀ ਹਾਲਤ ਕੀ ਹੁੰਦੀ ਹੈ ਤੁਸੀਂ ਹੁਣੇ ਗੱਲ ਕਰਕੇ ਹਟੇ ਹੋ। ਤੇ ਬਾਜ਼ਾਰ ਦੇ ਵਿੱਚ ਮਿਲਦਾ ਕੀ ਹੈ? ਸ਼ਰਾ, ਸ਼ਰਮ, ਅਡੰਬਰ ਵਿਕਦੇ। ਸ਼ਰਾ, ਸ਼ਰਮ, ਅਡੰਬਰ ਵਿਕਦੇ, ਧਰਮ, ਧਰਾਤਲ, ਅੰਬਰ ਵਿਕਦੇ। ਵੇਖੇ ਜੋ ਇਮਾਨ ਦੇ ਪੱਕੇ, ਬਹੁਤ ਲੋਕ ਨੇ। ਵੇਖੇ ਜੋ ਇਮਾਨ ਦੇ ਪੱਕੇ, ਬਾਹਰ ਕਈ ਕਈ ਅੰਦਰ ਵਿਕਦੇ। ਸ਼ਰਮ, ਸ਼ਰਮ, ਅਡੰਬਰ ਵਿਕਦੇ। ਹਰ ਦਰ, ਹਰ ਸਥਾਨ, ਹਰ ਦਰ, ਹਰ ਦਰਬਾਰ, ਹਰ ਦਰ, ਹਰ ਦਰਬਾਰ ਵੀ ਵਿਕਦਾ ਹੈ। ਦੁਸ਼ਮਣ ਵਿਕਦਾ ਹੈ, ਯਾਰ ਵੀ ਵਿਕਦਾ ਹੈ। ਕੀ ਬਾਤ। ਅੱਖ ਬਚਾ ਕੇ, ਪਰਦਾ ਪਾ ਕੇ ਹਮਦਰਦਾਂ ਦਾ ਪਿਆਰ ਵੀ ਵਿਕਦਾ ਹੈ। ਵਾਹ ਵਾਹ ਵਾਹ, ਬੜੀਆਂ ਗੁੱਝੀਆਂ ਗੱਲਾਂ ਕਰਕੇ ਡਾਕਟਰ। ਹੁਣ ਮੈਂ ਕੀ ਕੀਤਾ ਇਹਦੇ ਵਿੱਚ ਸਾਰੇ 'ਚ? ਦੇਖਿਆ ਵਿਕਦੇ ਨੇ, ਮੈਂ ਵੀ ਦੇਖਿਆ ਮੁੱਲ ਪਾਲਾਂ, ਮੈਂ ਦੇਖਾਂ ਜਾਵਾਂ। ਕੀ ਬਾਤ। ਮੁੱਲ ਵਾਲੀ ਇੱਕ ਪਰਚੀ ਲਾ ਕੇ ਟੈਗ ਲਾਇਆ, ਮੁੱਲ ਵਾਲੀ ਇੱਕ ਪਰਚੀ ਲਾ ਕੇ, ਹਾਲਾਂਕਿ ਮੈਂ ਬਹੁਤਾ ਮਹਿੰਗਾ ਨਹੀਂ ਜਾਇਜ਼ ਜਿਹਾ ਰੱਖਿਆ ਕਰ। ਮੁੱਲ ਵਾਲੀ ਇੱਕ ਪਰਚੀ ਲਾ ਕੇ, ਲਿਬਾਸ ਜਰੀ ਦਾ ਖੂਬ ਸਜਾ ਕੇ। ਰੈਪਿੰਗ ਜਿਹੜੀ ਹੈਗੀ ਆ ਉਹ ਵੀ ਤੇ ਚਾਹੀਦੀ ਹੈ ਨਾ ਜੀ। ਪੇਸ਼ਕਾਰੀ ਬਹੁਤ ਚੱਲਦੀ ਹੈ ਅੱਜ ਕੱਲ੍ਹ। ਮੁੱਲ ਵਾਲੀ ਇੱਕ ਪਰਚੀ ਲਾ ਕੇ, ਲਿਬਾਸ ਜਰੀ ਦਾ ਖੂਬ ਸਜਾ ਕੇ, ਮੈਂ ਵੀ ਆਪਾ ਵੇਚਣ ਤੁਰਿਆ। ਸਭ ਵਿਕਦੇ ਆ। ਮੈਂ ਵੀ ਆਪਾ ਵੇਚਣ ਤੁਰਿਆ, ਵੱਡੇ ਮੁੱਲ ਦੀ ਆਸ ਲਗਾ ਕੇ। ਨਾ ਆਪਣਾ ਤੇ ਨਾ ਬੇਗਾਨਾ, ਨਾ ਆਪਣਾ ਤੇ ਨਾ ਬੇਗਾਨਾ, ਮੈਨੂੰ ਨਾ ਕੋਈ ਖਰੀਦਣ ਆਇਆ। ਆਖਣ ਇਹ ਨਿਰਾ ਕੋਰਾ ਸੱਚਾ, ਹਮਦਰਦ ਦਾ ਕੌਡੀ ਕਿਸੇ ਮੁੱਲ ਨਾ ਪਾਇਆ। ਕੀ ਬਾਤ ਹੈ। ਤੁਹਾਡਾ ਮਤਲਬ ਸੱਚ ਦਾ ਮੁੱਲ ਨਹੀਂ ਪੈਂਦਾ। ਤੇ ਜੇ ਡਾਕਟਰ ਸਾਹਿਬ ਸੱਚ ਦਾ ਮੁੱਲ ਨਹੀਂ ਪਊ ਪੰਜਾਬ 'ਚ, ਵਿਧਾਨ ਸਭਾ ਜਾਣ ਲਈ ਸੱਚ ਦਾ ਮੁੱਲ ਨਹੀਂ ਪਊਗਾ, ਜੇ 2022 ਦੇ ਚੋਣ ਅਖਾੜੇ 'ਚ ਵੀ ਸੱਚ ਹਾਰ ਜੂਗਾ,
ਪੰਜਾਬ ਜਿੱਤੂ ਕਿਵੇਂ? ਮੇਰੀ ਬੁਰਕੀਆਂ ਵਾਲੀ ਮਾਂ ਲੈ ਆਓ, ਕੀ ਬਾਤ ਹੈ। ਕਿੱਥੋਂ ਲਿਆਈਏ? ਇੱਥੋਂ ਹੀ ਮਿਲਣੀ ਹੈ। ਉਹ ਬੁਰਕੀਆਂ ਵਾਲੀ ਮਾਂ ਜੇ ਮਿਲ ਜਾਏ ਮੈਨੂੰ, ਸੱਚ ਕਦੀ ਨਹੀਂ ਹਾਰਦਾ। ਫਿਰ ਬੁਰਕੀਆਂ ਵਾਲੀ ਮਾਂ ਪੰਜਾਬ ਦੇ ਲੋਕ ਕਿਉਂ ਨਹੀਂ ਲਿਆ ਰਹੇ? ਵੋਟਰ ਨੂੰ ਰਾਈਟ ਹੈ ਬੁਰਕੀਆਂ ਵਾਲੀ ਮਾਂ ਪੈਦਾ ਕਰਨ ਦਾ। ਜਿਹੜੇ ਵੋਟਰ ਨੇ 2 ਕਰੋੜ 12 ਲੱਖ ਦੇ ਕਰੀਬ ਪੰਜਾਬ ਦੇ, ਉਹਨਾਂ ਨੂੰ ਰਾਈਟ ਅੱਜ ਵੀ ਉਹ ਸੱਚ ਜਿਹੜਾ ਆ ਉਹਦਾ ਮੁੱਲ ਪਾਉਣ। ਫਿਰ ਕਿਉਂ ਝੂਠਾਂ ਦਾ ਮੁੱਲ ਪੈਂਦਾ? ਕਿਹਨੇ ਦੱਸਣਾ ਹੈ ਵੋਟਰ ਨੂੰ? ਕੌਣ ਦੱਸੇਗਾ ਵੋਟਰ ਨੂੰ? ਸਾਡੇ ਗਿਆਨੀ ਲੋਕ, ਸਾਡੇ ਸਿਆਣੇ ਲੋਕ। ਕਈ ਦੱਸ ਰਹੇ ਨੇ। ਬਾਕੀਆਂ ਲਈ ਮੈਂ ਦੱਸ ਦਿੰਦਾ। ਜ਼ਰੂਰ। ਗੁੰਮਸ਼ੁਦਾ ਨੇ ਸੁਰ ਉਹ ਤੱਤੇ, ਗੁੰਮਸ਼ੁਦਾ ਨੇ ਸੁਰ ਉਹ ਤੱਤੇ, ਵਿਕ ਗਏ ਅੱਜ ਮੋਲ ਸੱਚੇ। ਗੁੰਮਸ਼ੁਦਾ ਸੱਚ ਹਰਫ ਹੈ, ਕੀ ਰਚੀ ਹੈ ਮਾਇਆ ਜਗ ਤੇ, ਆਲਮਾਂ ਤੇ ਤਰਸ ਹੈ। ਕੀ ਬਾਤ ਹੈ। ਜਾਤ ਵੀ ਬਦਨਾਮ ਕੀਤੀ, ਆਣ ਤੋਂ ਜਾਂਦੇ ਰਹੇ। ਜਾਤ ਵੀ ਬਦਨਾਮ ਕੀਤੀ, ਆਣ ਤੋਂ ਜਾਂਦੇ ਰਹੇ, ਵਿਕ ਗਏ ਇੱਕ ਡਰ ਦੇ ਪਿੱਛੇ, ਸ਼ਾਨ ਤੋਂ ਜਾਂਦੇ ਰਹੇ। ਵਾਹ। ਕੀ ਲਿਖੇ ਹਮਦਰਦ ਚੰਗਾ, ਚੰਗਾ ਨਹੀਂ ਲਿਖਿਆ ਜਾ ਸਕਦਾ ਉਹਨਾਂ ਬਾਰੇ। ਕੀ ਲਿਖੇ ਹਮਦਰਦ ਚੰਗਾ, ਚਲਨ ਸਭ ਦਾ ਵੇਖ ਕੇ, ਮੁੱਕ ਗਏ ਮਰਨ ਤੋਂ ਪਹਿਲਾਂ, ਸ਼ਮਸ਼ਾਨ ਤੋਂ ਜਾਂਦੇ ਰਹੇ। ਬੇਦਿਲਾਂ ਦੀ ਦਿਲ ਦੀ ਮੰਡੀ, ਵਾਹ। ਬੇਦਿਲਾਂ ਦੀ ਦਿਲ ਦੀ ਮੰਡੀ, ਕਿੰਨੀ ਸੁੱਚੀ ਕਿੰਨੀ ਰੰਡੀ, ਲੈ ਕੇ ਖੰਜਰ ਚੀਰ ਦਿਲ ਨੂੰ, ਬਦਨਾਮ ਹੋ ਖਾਂਦੇ ਰਹੇ, ਵਿਕ ਗਏ ਇੱਕ ਡਰ ਦੇ ਪਿੱਛੇ, ਜਾਨ ਤੋਂ ਜਾਂਦੇ ਰਹੇ। ਕੀ ਬਾਤ, ਕੀ ਬਾਤ, ਕੀ ਬਾਤ। ਜਿਹੜੇ ਲੋਕਾਂ ਨੇ ਸਾਨੂੰ ਰਾਹ ਦਿਖਾਉਣਾ ਹੈ, ਹੂੰ। ਜੇ ਉਹਨਾਂ ਦਾ ਹਸ਼ਰ ਇਹ ਹੋਏਗਾ, ਹੂੰ। ਤੇ ਲੋਕਾਂ ਨੂੰ ਉਹ ਗੱਲ, ਸੱਚੀ ਗੱਲ, ਸੁੱਚੀ ਗੱਲ ਕਿੱਥੋਂ ਮਿਲੇਗੀ? ਮਤਲਬ ਜੇ ਬੇਦਿਲ ਜਿਹੜੇ ਆ ਉਹ ਦਿਲਾਂ ਦੀ ਮੰਡੀ ਲਾਉਣਗੇ ਤੇ ਦਿਲ ਸੱਚਾ ਮਿਲੂ ਕਿੱਥੋਂ? ਮਿਲੂਗਾ। ਇਸੇ ਕਰਕੇ ਆਲਮਾਂ ਤੇ ਮਾਣ ਕਾਹਦਾ, ਆਲਮਾਂ ਤੇ ਮਾਣ ਕਾਹਦਾ, ਫਾਜ਼ਲਾਂ ਤੇ ਫਖਰ ਕੀ, ਗੁੰਮਸ਼ੁਦਾ ਨੇ ਸੁਰਜੇ ਤੱਤੇ, ਹੂੰ। ਬੋਲ ਸੱਚੇ ਨਾ ਰਹੇ, ਜੇ ਬੋਲ ਸੱਚੇ ਨਾ ਰਹੇ। ਕਿੱਥੋਂ ਆਉਣਗੇ ਸੱਚੇ ਬੋਲ? ਸੱਚੇ ਬੋਲ ਵੀ ਆਉਣਗੇ। ਹੂੰ। ਸੱਚੇ ਬੋਲਾਂ ਵਾਸਤੇ ਜਿੰਨਾ ਸਾਡਾ ਜ਼ਹਿਰ ਹੈ, ਹੂੰ। ਉਹਨੂੰ ਕੱਢਣਾ ਪਏਗਾ। ਜਿੰਨੀ ਦੇਰ ਤੱਕ ਅੰਦਰੋਂ ਅਸੀਂ ਆਪਣਾ ਜ਼ਹਿਰ ਨਹੀਂ ਕੱਢਦੇ, ਉਨੀ ਦੇਰ ਤੱਕ ਉਹ ਸੱਚਾ ਬੋਲ ਜਿਹੜਾ ਆ ਉਹ ਪ੍ਰਾਪਤ ਨਹੀਂ ਹੋ ਸਕੇਗਾ। ਉਹ ਸੱਚੀ ਭਾਵਨਾ, ਸੁੱਚੀ ਭਾਵਨਾ ਨਹੀਂ ਮਿਲੇਗੀ। ਦਰਿਆ ਜੇ ਨਿਕਲੇ, ਹੂੰ। ਮੇਰਾ ਅੰਦਰ ਕੌੜਾ ਹੈ, ਜ਼ਹਿਰੀਲਾ ਹੈ, ਅੰਦਰੋਂ ਇੱਕ ਦਰਿਆ ਜੇ ਨਿਕਲੇ, ਸਾਰਾ ਜ਼ਹਿਰ ਵਹਾ ਜੇ ਨਿਕਲੇ, ਮੁੜ ਮੈਨੂੰ ਤੂੰ ਸੁੱਚਾ ਕਰ ਦੇ, ਵਿੱਚ ਇਮਾਨਾ ਉੱਚਾ ਕਰ ਦੇ। ਲੋਕ ਕਹਿਣ ਫਿਰ ਤੇਰੇ ਵਰਗਾ, ਇਹ ਰੱਬ ਨਾਲ ਹੈ ਗੱਲ, ਕਿ ਲੋਕ ਕਹਿਣ ਫਿਰ ਤੇਰੇ ਵਰਗਾ, ਸਜਰੇ ਜਿਹੇ ਸਵੇਰੇ ਵਰਗਾ। ਸ਼ਾਹ ਕਾਲਾ ਅੱਜ ਮਨ ਹੈ ਹੋਇਆ, ਟੁੱਟਿਆ ਪਿਆ ਅੰਦਰ। ਸ਼ਾਹ ਕਾਲਾ ਅੱਜ ਮਨ ਹੈ ਹੋਇਆ, ਜ਼ਾਤ ਨਫ਼ਰਤੀ ਮਨ ਵੀ ਮੋਇਆ। ਸ਼ਾਹ ਕਾਲਾ ਅੱਜ ਤਨ ਹੈ ਹੋਇਆ, ਜ਼ਾਤ ਨਫ਼ਰਤੀ ਮਨ ਵੀ ਮੋਇਆ। ਵਾਹ। ਅੰਦਰ ਜਾਪੇ ਜਿਵੇਂ ਕੌੜਾ ਕੌੜਾ, ਅੰਦਰ ਜਾਪੇ ਜਿਵੇਂ ਕੌੜਾ ਕੌੜਾ, ਦਿਲ ਦਾ ਦਰ ਵੀ ਸੌੜਾ ਸੌੜਾ। ਪੀੜ ਇਹ ਮੇਤੋਂ ਜਰ ਨਾ ਹੁੰਦੀ। ਇੰਤਹਾ ਹੈ ਲੋਕਾਂ ਦੀ, ਪੀੜ ਹੈ। ਪੀੜ ਇਹ ਮੇਤੋਂ ਜਰ ਨਾ ਹੁੰਦੀ, ਅਰਜ਼ ਵੀ ਤੈਨੂੰ
ਕਰਨਾ ਹੁੰਦੀ। ਕਿਹਨੂੰ ਦੱਸਾਂ, ਆਪੇ ਹੀ ਕੋਈ ਹੀਲਾ ਕਰਦੇ। ਤੂੰ ਸ੍ਰਿਸ਼ਟੀ ਬਣਾਈ ਹੈ, ਤੂੰ ਮਾਲਕ ਹੈ, ਆਪੇ ਹੀ ਕੋਈ ਹੀਲਾ ਕਰਦੇ। ਏਕਾ ਰਾਗ ਸੁਰੀਲਾ ਕਰਦੇ। ਅੰਦਰੋਂ ਇੱਕ ਦਰਿਆ ਜੇ ਨਿਕਲੇ, ਸਾਰਾ ਜ਼ਹਿਰ ਵਹਾ ਜੇ ਨਿਕਲੇ। ਕੀ ਬਾਤ ਹੈ, ਕੀ ਬਾਤ ਹੈ। ਡਾਕਟਰ ਸਾਹਿਬ, ਮੈਨੂੰ ਲੱਗਦਾ ਅਸੀਂ ਵੀ ਜ਼ਿਆਦਾ ਗੰਭੀਰ ਹੋ ਗਏ ਤੇ ਸਾਡੇ ਪਾਠਕ ਵੀ ਜ਼ਿਆਦਾ ਗੰਭੀਰ ਹੋ ਗਏ। ਥੋੜਾ ਜਿਹਾ ਹੋਰ ਪਾਸੇ ਨਿਕਲੀ, ਹੁਣ ਜਿਵੇਂ ਸ਼ੁਰੂਆਤ ਕੀਤੀ ਸੀ। ਮੈਨੂੰ ਇਹ ਦੱਸੋ ਤੁਸੀਂ ਹੁਣ ਵੀ ਤੁਸੀਂ ਵੀ ਦੇਖ ਰਹੇ ਜੇ, ਮੈਂ ਵੀ ਦੇਖ ਰਿਹਾ, ਸਾਰਾ ਇਲੈਕਸ਼ਨ ਦਾ ਪ੍ਰਵਾਹ ਹੀ ਕਿਸੇ ਇੱਕ ਪਾਰਟੀ ਚੰਗੀ ਮਾੜੀ ਦੀ ਗੱਲ ਨਹੀਂ ਕਰਦੇ ਸੀ ਤੇ ਸਿਸਟਮ ਦੀ ਗੱਲ ਕਰਨ ਲਈ ਅੱਜ ਬੈਠੇ ਆ। ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਇੱਕ ਟਿਕਟ ਹਾਸਲ ਕਰਨ ਵਾਲਾ, ਮੈਂ ਟਿਕਟੂ ਨਾਂ ਰੱਖਿਆ ਉਹਦਾ ਵੀ ਅੱਜ ਕੱਲ੍ਹ ਟਿਕਟੂ ਬਹੁਤ ਨੇ, ਕਿਉਂਕਿ ਪਹਿਲੋਂ 3 ਦਰਵਾਜ਼ੇ ਹੁੰਦੇ ਸੀ ਪੰਜਾਬ 'ਚ, 3 ਪਾਰਟੀਆਂ ਸੀ। ਆਮ ਆਦਮੀ ਪਾਰਟੀ ਆਈ 14 'ਚ, 17 'ਚ ਸਰਗਰਮ ਹੋਈ, ਅਕਾਲੀ ਦਲ, ਬੀਜੇਪੀ ਗੱਠਜੋੜ ਤੇ ਕਾਂਗਰਸ, 3 ਬੂਹੇ ਸੀ। ਹੁਣ ਟਿਕਟੂਆਂ ਨੂੰ ਮਿਲ ਗਏ 5 ਬੂਹੇ, ਇੱਕ ਬੀਜੇਪੀ, ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਤੇ ਇੱਕ ਸੰਯੁਕਤ ਸਮਾਜ ਮੋਰਚਾ ਤੇ ਰਾਜੇਵਾਲ ਸਾਹਿਬ ਦਾ, ਤੇ ਨਾਲ ਗੱਠਜੋੜ ਕਰ ਲਿਆ ਚੜੂਨੀ ਸਾਹਿਬ ਨੇ ਸੰਯੁਕਤ ਸੰਘਰਸ਼ ਮੋਰਚਾ। ਦਰਵਾਜ਼ੇ ਬੂਹੇ 5 ਆ ਗਏ ਆ। ਟਿਕਟੂ ਬੜੇ ਦਿਸਦੇ ਆ, ਜੇ ਇੱਧਰੋਂ ਨਹੀਂ ਮਿਲੀ ਤੇ ਇੱਧਰ ਚਲ ਗਏ, ਇੱਧਰੋਂ ਨਹੀਂ ਮਿਲੀ ਤੇ ਇੱਧਰ ਚਲ ਗਏ। ਇਹਦਾ ਮਤਲਬ ਇਹ ਵੀ ਇਲੈਕਸ਼ਨ ਲੜਨ ਦਾ ਜਾਂ ਸਿਆਸਤ ਦਾ, ਉਹਨੂੰ ਕਹਿ ਲਈਏ ਆਪਾਂ, ਸਿਧਾਂਤ, ਅਕੀਦਾ, ਨਿਯਮ ਜਿਹੜੇ ਨੇ ਇਹੀ ਹੋ ਗਏ ਵੀ ਜਿੱਥੋਂ ਟਿਕਟ ਮਿਲੇਗੀ ਮੇਰਾ ਸਿਧਾਂਤ ਉਹੀ। ਭਾਜੀ, ਪਹਿਲਾਂ ਤਾਂ ਸਭ ਤੋਂ ਮੈਨੂੰ ਇਹ ਦੱਸੋ ਕਿ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਸ਼ਬਦ ਟਿਕਟ ਜੰਮਿਆ ਕਿੱਥੋਂ ਹੈ ਜੀ? ਇਹਦਾ ਮਾਨਾ ਕੀ ਹੈ? ਇਹ ਕੋਈ ਸਰਕਸ ਹੈ? ਠੀਕ ਹੈ। ਇਹ ਕੋਈ ਸਿਨੇਮਾ ਹਾਲ ਹੈ? ਬਿਲਕੁਲ ਠੀਕ ਹੈ। ਜਿੱਥੇ ਸ਼ਬਦ ਟਿਕਟ ਆ ਗਿਆ, ਇਹ ਕਦੀ ਕਿਸੇ ਨੇ ਸਵਾਲ ਕੀਤਾ? ਕਈ ਵਾਰੀ ਸਿਨੇਮਾ ਦੇਖਣ ਜਾਈਦਾ ਹੈ ਭਲੇ ਜ਼ਮਾਨੇ ਦੀ, ਤਾਂ ਬਲੈਕ ਚ ਲਈਦੀ ਸੀਗੀ ਔਰ ਬੜਾ ਖੁਸ਼ ਹੋਈਦਾ ਸੀ। ਟਿਕਟ ਰੱਖਿਆ ਕਿਨੇ ਹੈ? ਇਹ ਤੁਸੀਂ ਮਜ਼ਾਕ ਕਰ ਰਹੇ ਹੋ ਲੋਕਾਂ ਦੇ ਨਾਲ। ਠੀਕ ਹੈ। ਪਾਰਟੀਆਂ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਆ, ਸ਼ਰਮ ਨਹੀਂ ਆਉਂਦੀ ਉਹਨਾਂ ਨੂੰ? ਬਿਲਕੁਲ ਠੀਕ ਹੈ। ਟਿਕਟ ਅਖੇ ਵੇਚ ਰਹੇ, ਟਿਕਟ ਦੇ ਰਹੇ। ਇਹ ਕੋਈ ਲਾਟਰੀ ਦੀ ਟਿਕਟ ਹੈ? ਇਹ ਟਿਕਟ ਹੈ, ਠੀਕ ਹੈ, ਪਰ ਲੱਗਦਾ ਹੈ ਲਾਟਰੀ ਦੀ ਟਿਕਟ ਹੀ ਹੈ। ਇੱਕ ਹੋਰ ਹੈ ਵੀ ਜਦੋਂ ਸਿਆਸਤ ਵਿੱਚ ਇਨਵੈਸਟਰ ਆ ਜਾਣ, ਵੀ ਕਾਂਗਰਸ ਤੋਂ, ਬੀਜੇਪੀ ਤੋਂ, ਅਕਾਲੀ ਦਲ ਤੋਂ ਕਿੱਥੋਂ ਟਿਕਟ ਮਿਲਦੀ ਹੈ, ਕਿੱਥੋਂ ਮੈਂ ਜਿੱਤ ਸਕਦਾ, ਕਿੰਨੇ ਦੀ ਮਿਲਦੀ ਹੈ, ਉਹਨੇ ਦਿਓ। ਇਹ ਸਾਰੀਆਂ ਪਾਰਟੀਆਂ ਦੀ ਗੱਲ ਨਹੀਂ ਕਰਦੇ ਅਸੀਂ, ਲਿਮਟਿਡ ਲੀਡਰਾਂ ਦੀ ਜਾਂ ਗੱਲ ਕਰਦੇ ਹਾਂ ਉਮੀਦਵਾਰਾਂ ਦੀ। ਤੇ ਫਿਰ ਅਗਲਾ ਸੋਚਦਾ ਵੀ 5 ਕਰੋੜ ਦੀ ਬੋਲੀ ਲੱਗੀ, 5 ਕਰੋੜ ਮੈਂ ਜਿੱਤਣ ਲਈ ਖਰਚਣਾ, 10 ਕਰੋੜ, ਤੇ ਫਿਰ ਜਦੋਂ MLA ਤੇ ਬਣ ਗਏ ਤੇ 20 ਕਰੋੜ ਕਿਵੇਂ ਕਮਾਉਣਾ? ਇਹਦਾ ਮਤਲਬ ਵੀ ਇਹਨੂੰ ਆਪਾਂ ਕਹਿ ਸਕਦੇ ਲਾਟਰੀ ਦੀ ਟਿਕਟ ਹੀ ਬਣ ਗਈ ਹੈ। ਨਹੀਂ, ਲਾਟਰੀ ਜਿਹੜੀ ਹੁੰਦੀ ਹੈ ਉਹ ਰੱਬ ਤੇ ਛੱਡੀ ਜਾਂਦੀ ਹੈ। ਅੱਛਾ, ਇੱਥੇ ਗਰੰਟੀ ਮਿਲਦੀ ਹੈ। ਇੱਥੇ ਤਾਂ ਮੈਨੂਪੂਲੇਸ਼ਨ ਹੁੰਦੀ ਹੈ। ਜੇ ਉਹ ਕਰ ਲਈ, ਉਸ ਤੋਂ ਬਾਅਦ ਸਟ੍ਰੈਟਜੀ ਇੱਕ ਤਿਆਰ ਕੀਤੀ ਜਾਂਦੀ ਹੈ। ਉਹਦੇ ਵਿੱਚ ਮਾਫ ਕਰਨਾ, ਪੱਤਰਕਾਰ ਭਾਈਚਾਰਾ ਵੀ ਉਹਦੇ ਵਿੱਚ ਹੀ ਆਉਂਦਾ ਤੇ ਉਸ ਸਟ੍ਰੈਟਜੀ ਦਾ ਹਿੱਸਾ ਬਣ ਜਾਂਦਾ। ਤੇ ਉਹਦੇ ਜਿਹੜੇ ਮਾਲੀ ਇਮਦਾਦ ਕਰਨ ਵਾਲੇ ਸੱਜਣ ਹੈਗੇ ਆ, ਉਹ ਵੀ ਉਹਦੇ ਵਿੱਚ ਸ਼ਾਮਿਲ ਹੋ ਜਾਂਦੇ ਆ। ਮੇਰੇ ਖਿਆਲ ਉਹ ਪਾਰਟਨਰ ਬਣ ਜਾਂਦੇ ਹੋਣੇ ਨਾ, ਹਿੱਸੇਦਾਰੀ ਵੀ ਇੰਨੇ ਮੈਂ ਪਾ ਦਿੰਦਾ। ਉਹ ਇਹ ਹੁਣ ਪਤਾ ਨਹੀਂ ਹੈ, ਮੈਂ ਇਸ ਪ੍ਰੋਸੈਸ 'ਚ ਕਦੀ ਪਿਆ ਨਹੀਂ, ਇਹਦੇ ਬਾਰੇ ਮੈਨੂੰ ਗਿਆਨ ਨਹੀਂ। ਮੈਨੂੰ ਤਾਂ ਸਿਰਫ ਇੰਨਾ ਪਤਾ ਹੈ ਕਿ ਪਾਰਟੀ ਫੰਡ ਦਿੰਦੀ ਹੁੰਦੀ ਹੈ। ਜਿਹੜਾ ਵੀ ਕੋਈ ਉਹ ਆਪਣਾ ਕੈਂਡੀਡੇਟ ਚੁਣਦਾ ਹੈ ਕਿਸੇ ਵੀ ਏਰੀਏ 'ਚੋਂ, ਪਾਰਟੀ ਉਹਨੂੰ ਆਪਣਾ ਕੁਝ ਫੰਡ ਦਿੰਦੀ ਹੈ ਤੇ ਕਿ ਤੂੰ ਆਪਣੇ ਪ੍ਰਚਾਰ ਦੇ ਵਾਸਤੇ ਆ ਖਰਚੇ। ਉਹ ਤੇ ਰਸਮੀ ਜਿਹਾ ਹੁੰਦਾ ਜੀ ਉਹਦੇ ਨਾਲ। ਮੈਨੂੰ ਨਹੀਂ ਸਮਝ ਆਈ ਕਿ ਇਹ ਪਾਰਟੀ ਦਾ ਫੰਡ ਜਿਹੜਾ ਦਿੱਤਾ ਜਾਂਦਾ ਸੀਗਾ, ਹੁਣ ਪਾਰਟੀ ਨੂੰ ਫੰਡ ਕਿਉਂ ਦੇਣ ਲੱਗ ਪਏ ਨੇ ਜਿਹੜੇ ਜਿਨ੍ਹਾਂ ਨੇ ਆਹੀ ਸੋ ਕਾਲਡ ਟਿਕਟ ਤੁਹਾਡੇ ਤੁਸੀਂ ਕਹਿੰਦੇ ਹੋ ਉਹ ਲੈਣੀ ਹੁੰਦੀ ਹੈ। ਅਦਰਵਾਈਜ਼ ਇਹਦਾ ਮਤਲਬ ਕਿਤੇ ਨਾ ਕਿਤੇ ਪਹਿਲੇ ਵਾਲਾ ਜਿਹੜਾ ਸੀਗਾ, ਉਹ ਕੈਂਡੀਡੇਟ ਜਿਹੜੇ ਹੋਇਆ ਕਰਦੇ ਸੀਗੇ ਉਹ ਗਰੀਬ ਸਮਾਜ ਦੇ ਵਿੱਚੋਂ ਹੀ ਕੈਂਡੀਡੇਟ ਹੁੰਦੇ ਸੀ। ਉਹ ਫਾਈਨੈਂਸ਼ੀਅਲੀ ਇੰਨੇ ਕੋਈ ਸਾਊਂਡ ਨਹੀਂ ਸੀ, ਸੇਵਾਦਾਰ ਹੀ ਹੁੰਦੇ ਸੀ। ਤੇ ਉਹਨਾਂ ਸੇਵਾਦਾਰਾਂ ਨੂੰ ਉਹ ਮਦਦ ਦਿੰਦੇ ਸੀ ਕਿ ਆਪਣਾ ਤੁਸੀਂ ਸਮਾਗਮ ਕਰਨਾ ਹੈ, ਉੱਥੇ ਜਾਣਾ, ਗੱਡੀਆਂ ਦਾ ਖਰਚਾ ਹੈਗਾ, ਆ ਤੁਸੀਂ ਇਹਨੂੰ ਵਰਤੋ। ਹੁਣ ਸ਼ਾਇਦ ਮੈਂ ਨਹੀਂ ਸੁਣਦਾ ਕਿ ਵੱਡੀਆਂ ਪਾਰਟੀਆਂ ਜਿਹੜੀਆਂ ਆਪਣੇ ਬੰਦਿਆਂ ਨੂੰ
ਕੋਈ ਫੰਡ ਇਸ ਤਰ੍ਹਾਂ ਦਾ ਦਿੰਦੇ ਉਹ ਨਾ ਹੈ ਮਾਤਰ ਹੀ ਆ, ਜ਼ਿਆਦਾ ਤਾਂ ਲੈਂਦੇ ਹੀ ਆ ਜੀ, ਪਾਰਟੀ ਫੰਡ ਹੁਣ ਲੈਂਦੇ। ਉਹ ਫੰਡ ਕਿੱਥੋਂ ਆਉਂਦਾ ਹੈ, ਕਿੱਥੋਂ ਜਨਰੇਟ ਹੁੰਦਾ ਆ? ਗੱਲ ਪਹਿਲੀ ਆ ਗਈ, ਸ਼ਰਾ ਸ਼ਰਮ ਅਡੰਬਰ ਵਿਕਦੇ। ਉਹ ਜਦੋਂ ਹਰ ਚੀਜ਼ ਵਿਕਾਊ ਹੋ ਜਾਏਗੀ, ਮੁਨਾਫਾ ਉਹਦੇ ਵਿੱਚੋਂ ਭਾਲਣਗੇ, ਜਿਹੜਾ ਉਹਦੇ 'ਚ ਇਨਵੈਸਟਰ ਹੋਏਗਾ, ਬਾਜ਼ਾਰ ਬਣ ਜਾਏਗਾ। ਤੇ ਬਾਜ਼ਾਰ ਦੀ ਤਾਂ ਫਿਤਰਤ ਹੀ ਇਹ ਹੁੰਦੀ ਹੈ ਕਿ ਜੇ ਮੈਂ ਉੱਥੇ 100 ਲਗਾਇਆ ਤਾਂ ਮੈਨੂੰ ਉਹਦੇ ਵਿੱਚੋਂ ਕਮ ਸੇ ਕਮ ਜੇ 150 ਨਹੀਂ ਤਾਂ 125 ਜਾਂ 120 ਤਾਂ ਵਾਪਸ ਹੋਣ। ਤੁਹਾਡਾ ਮਤਲਬ ਧੰਦਾ ਹੀ ਬਣ ਗਿਆ। ਧੰਦਾ ਬਣ ਨਹੀਂ ਗਿਆ, ਧੰਦਾ ਸ਼ਾਇਦ ਬਣਾ ਦਿੱਤਾ ਗਿਆ ਸੋਚ ਨੇ। ਲੋਕ ਅਵੇਅਰ ਨਹੀਂ ਹੈਗੇ, ਇਸ ਕਰਕੇ ਇਹ ਧੰਦਾ ਬਣ ਗਿਆ। ਲੋਕ ਚੁਕੰਨੇ ਨਹੀਂ ਹੈਗੇ, ਇਸ ਕਰਕੇ ਸ਼ਾਇਦ ਹੋ ਸਕਦਾ ਧੰਦਾ ਬਣ ਗਿਆ। ਲੋਕਾਂ ਨੂੰ ਅਵੇਅਰ ਕਰਨ ਵਾਲੇ ਆਲਮ ਫਾਜ਼ਲ ਜਿਹੜੇ ਹੈਗੇ ਆ, ਉਹ ਆਪਣੇ ਫਰਜ਼ ਦੀ ਪੂਰਤੀ ਨਹੀਂ ਕਰਦੇ, ਇਸ ਕਰਕੇ ਸ਼ਾਇਦ ਧੰਦਾ ਬਣ ਗਿਆ। ਮੇਰੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਇਹ ਸਿਖਾਇਆ ਨਹੀਂ ਜਾਂਦਾ ਕਿ ਵੋਟ ਸਿਸਟਮ ਕੀ ਹੈਗਾ ਆ ਔਰ ਇਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਇਨਵੋਲਵ ਹੋਣਾ ਹੈਗਾ। ਉਹਨਾਂ ਨੂੰ ਬਚਪਨ ਦੇ ਵਿੱਚ ਸਿਖਾਇਆ ਨਹੀਂ ਗਿਆ, ਜਵਾਨੀ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਲੱਗਾ, ਉਹ ਗੁੰਮਰਾਹ ਹੋ ਗਏ, ਸ਼ਾਇਦ ਇਸ ਕਰਕੇ ਧੰਦਾ ਬਣ ਗਿਆ। ਤੇ ਜਿਹੜੀ ਲੋਕਾਂ ਦੀ ਅਵੇਅਰਨੈਸ ਹੈ, ਉਹਦੇ ਵਾਸਤੇ ਯਤਨ ਕਰਨਾ ਪਏਗਾ, ਤੁਹਾਨੂੰ ਯਤਨ ਕਰਨਾ ਪਏਗਾ, ਮੇਰੇ ਵਰਗਿਆਂ ਨੂੰ ਯਤਨ ਕਰਨਾ ਪਏਗਾ। ਤੇ ਅਸੀਂ ਕੋਈ ਕਠਪੁਤਲੀਆਂ ਨਹੀਂ ਹੈਗੇ। ਪਰ ਡਾਕਟਰ ਸਾਹਿਬ, ਮੈਨੂੰ ਤੁਸੀਂ ਇਹ ਸਾਰੇ ਪ੍ਰੋਸੈਸ 'ਚ ਦੱਸੋ। ਦੇਖੋ, ਆਪਾਂ ਗੱਲ ਕਰ ਰਹੇ ਹਾਂ ਵੀ ਸੱਚ ਨਹੀਂ ਵਿਕ ਰਿਹਾ, ਹੈ ਨਾ, ਝੂਠ ਵਿਕ ਰਿਹਾ। ਜੇ ਆਪਾਂ ਸਰਲ ਸ਼ਬਦਾਂ ਵਿੱਚ ਕਹੀਏ ਤੇ ਫਿਰ ਝੂਠ ਵੇਚ ਕਿਉਂ ਰਿਹਾ? ਜਦੋਂ ਦੇਖੋ, ਇਹ ਪ੍ਰੋਸੈਸ ਤੇ ਇਲੈਕਸ਼ਨ ਪ੍ਰੋਸੈਸ ਹੈ, ਇਹਦੇ 'ਚ ਥੋੜ੍ਹਾ ਬਹੁਤਾ ਹੇਰ ਫੇਰ ਤੇ ਹੋ ਸਕਦੀ ਹੈ, ਪਰ ਮੈਨੂੰ ਤੁਹਾਨੂੰ ਸਾਰੇ ਆਵਾਮ ਨੂੰ ਇੱਕ ਅਧਿਕਾਰ ਆ ਵੋਟ ਪਾਉਣ ਦਾ, ਇਹ ਮੰਨ ਲੈਂਦੇ ਆ। 10-20% ਵਿਚਾਰੇ ਇੱਦਾਂ ਦੇ ਨੇ ਦਿਹਾੜੀ ਤੱਪਾ ਕਰਨ ਵਾਲੇ, ਉਹਨਾਂ ਨੂੰ ਕੋਈ ਸੂਝ ਨਹੀਂ ਗੀ। ਉਹਨਾਂ ਤੇ ਕਈ ਵਾਰੀ ਚੋਣ ਬੂਥ ਦੇ ਅੰਦਰ ਜਾਂਦਿਆਂ ਜੇ ਕੋਈ ਉੱਥੇ ਸ਼ੈਤਾਨ ਵਿਅਕਤੀ ਬੈਠਾ, ਉਹੀ ਕਹਿ ਦਿੰਦਾ ਯਾਰ ਇੱਥੇ ਦੱਬਣਾ, ਉਹਨੂੰ ਪਤਾ ਹੀ ਨਹੀਂ ਵੀ ਬਟਨ ਵੀ ਕਿਹੜਾ ਦੱਬਣਾ ਹੁੰਦਾ। ਕਈਆਂ ਨਾਲ ਗੱਲਬਾਤ ਵੀ ਇਹ ਜ਼ਿਕਰ ਕੀਤਾ। ਫਿਰ ਇਹਦੇ 'ਚ ਆਮ ਵੋਟਰ ਕਿੰਨਾ ਕੁ ਜ਼ਿੰਮੇਵਾਰ ਆ ਇਸ ਸਿਸਟਮ ਲਈ, ਝੂਠ ਦੇ ਸਿਸਟਮ? ਇਹ ਨਹੀਂ ਕਹਿ ਰਿਹਾ ਮੈਂ ਅਣਜਾਣ ਹਾਂ, ਮੈਂ ਅਣਭੋਲ ਹਾਂ ਬਤੌਰ ਵੋਟਰ। ਮੈਨੂੰ ਗੁੰਮਰਾਹ ਕੀਤਾ ਜਾ ਸਕਦਾ, ਪਰ ਜਿਹੜੇ ਕੁਝ ਸਮਾਜ ਦੇ ਸੋ ਕਾਲਡ ਅਗਾਂਹ ਵਧੂ ਸੋਚ ਵਾਲੇ ਸਿਆਣੇ ਵਿਅਕਤੀ ਹੈ ਨੇ, ਮੈਂ ਇਹ ਵੀ ਨਹੀਂ ਕਿਹਾ ਕਿਤੇ ਵੀ ਕਿ ਸਾਰਾ ਝੂਠ ਵਿਕਦਾ, ਨਹੀਂ, ਨਹੀਂ ਸਾਰਾ ਤਾਂ ਨਹੀਂ। ਝੂਠ ਔਰ ਸੱਚ ਦਾ ਨਿਤਾਰਾ ਹੀ ਨਹੀਂ ਹੋ ਸਕਦਾ। ਅੱਜ ਇੱਕ ਖਬਰ ਆਉਂਦੀ ਹੈ, ਉਹਦਾ ਅਗਲੇ ਦਿਨ ਦੂਸਰੀ ਸਾਈਡ ਵੱਲੋਂ ਕੋਈ ਜਵਾਬ ਜਿਹੜਾ ਦਿੱਤਾ ਜਾਂਦਾ ਹੈ, ਮੈਨੂੰ ਕਨਫਿਊਜ਼ ਕਰ ਜਾਂਦਾ ਉਹ ਸਾਰਾ। ਮੈਂ ਇੱਕ ਗੱਲ ਦੇ ਨਾਲ ਆਪਣੀ ਇੱਕ ਰਾਏ ਕਿਸੇ ਵਿਅਕਤੀ ਦੇ ਲਈ ਬਣਾਉਣਾ, ਪਰ ਜਦੋਂ ਉਹ ਕੱਲ ਨੂੰ ਉਹ ਵਿਅਕਤੀ ਬੋਲਦਾ ਹੈ, ਮੇਰੀ ਉਹ ਰਾਏ ਜਿਹੜੀ ਹੈਗੀ ਉਹ ਬਦਲ ਦਿੱਤੀ ਜਾਂਦੀ ਹੈ। ਇਹ ਇਕੱਲੇ ਹੀ ਵੋਟਰ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਉਹ ਚੋਣ ਸਹੀ ਕਰੇ। ਮੈਨੂੰ ਦਿਖਾਇਆ ਕੀ ਜਾਂਦਾ, ਕਿੰਨੇ ਕਮਿਊਨੀਕੇਸ਼ਨ ਦੇ ਮਾਧਿਅਮ ਅੱਜ ਵੱਧ ਗਏ ਆ। ਪੁਰਾਣੀ ਗੱਲ ਹੋਰ ਸੀ, ਅਖਬਾਰ ਹੋਇਆ ਕਰਦੇ ਸੀਗੇ, ਉਹਦੇ ਵਿੱਚ ਪ੍ਰਚਾਰ ਹੁੰਦਾ ਸੀ, ਲਿਮਟਿਡ ਸੀ, ਬਿਲਕੁਲ ਲਿਮਟਿਡ ਸੀ। ਉਸ ਤੋਂ ਬਾਅਦ ਹਰ ਲੀਡਰ ਹਰ ਇਲਾਕੇ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਦਾ ਸੀ ਲੋਕਾਂ ਦੇ ਵਿੱਚ, ਔਰ ਉੱਥੇ ਉਹਦੀਆਂ ਜੜ੍ਹਾਂ ਹੁੰਦੀਆਂ ਸੀ, ਹਵਾ 'ਚ ਨਹੀਂ ਸੀ ਲਟਕਦਾ। ਉਹਦਾ ਇੱਕ ਸਿਸਟਮ ਸੀ, ਉਹਦੇ ਉੱਥੇ ਦੇ ਜਿਹੜੇ ਬੰਦੇ ਸੀਗੇ ਉਹ ਲੋਕਾਂ ਦੇ ਨਾਲ ਜੁੜੇ ਹੁੰਦੇ ਸੀਗੇ, ਲੋਕਾਂ ਨਾਲ ਆਮਣੇ ਸਾਹਮਣੇ ਉਹ ਗੱਲ ਵੀ ਕਰਦੇ ਸੀ। ਪਰ ਜੇ ਕਿਹਾ ਜਾਏ ਅੱਜ ਵੀ ਉਹ ਗੱਲ ਹੁੰਦੀ ਹੈ ਟੀਵੀ ਦੇ ਮਾਧਿਅਮ ਰਾਹੀਂ, ਚੈਨਲਾਂ ਦੇ ਮਾਧਿਅਮ ਰਾਹੀਂ, ਤਾਂ ਕਿਤੇ ਨਾ ਕਿਤੇ ਉਹ ਚੀਜ਼ ਜਿਹੜੀ ਹੈਗੀ ਆ ਮੈਨੂਪਲੇਟਡ ਹੁੰਦੀ ਹੈ, ਬਾਇਸਡ। ਨਹੀਂ, ਪਰ ਕਿੱਦਾਂ ਹੋ ਸਕਦੀ ਹੈ ਡਾਕਟਰ ਸਾਹਿਬ? ਦੇਖੋ, ਹੁਣ ਇਹ ਕੁਛ ਚੈਨਲਾਂ ਜਾਂ ਕੁਛ ਅਖਬਾਰਾਂ ਦੇ ਹੱਥ 'ਚ ਨਹੀਂ ਰਿਹਾ ਵੀ ਕਿਵੇਂ ਪ੍ਰਚਾਰ ਕਰਨਾ। ਇਹ ਤੇ ਹਰੇਕ ਵਿਅਕਤੀ ਜਿਹੜਾ ਆ ਉਹ ਖੁਦ ਹੀ ਜਿਹੜਾ ਆ ਪ੍ਰਚਾਰਕ ਬਣ ਗਿਆ। ਸੋਸ਼ਲ ਮੀਡੀਆ, ਮੋਬਾਈਲ ਇੱਕ ਇੱਦਾਂ ਦਾ ਸਿਸਟਮ ਆ ਗਿਆ, ਤੁਸੀਂ ਕਿੰਨਾ ਕੁਛ ਲਿਖਦੇ ਪੜ੍ਹਦੇ ਜੇ, ਵੀਡੀਓ ਪਾਉਂਦੇ ਜੇ, ਹੈ ਨਾ, ਸਾਰਿਆਂ ਨੂੰ ਰਾਈਟ ਹੈ ਉਹ ਪਾ ਸਕਦਾ। ਸੋ ਇਹ ਵੀ ਕਹਿਣਾ ਬਹੁਤਾ ਠੀਕ ਨਹੀਂ ਗਾ ਵੀ ਜਿਵੇਂ ਮਾਲ ਤਿਆਰ ਹੁੰਦਾ ਕੁਛ ਚੈਨਲਾਂ 'ਤੇ ਜਾਂ ਕੁਛ ਮੀਡੀਆ 'ਤੇ ਉਹੀ ਵਿਕਦਾ। ਹੁਣ ਤਾਂ ਖੁੱਲ੍ਹਾ ਕੰਮ ਹੈ, ਸਮੁੰਦਰ ਹੈ ਹੁਣ ਤੇ। ਬਿਲਕੁਲ ਠੀਕ ਹੈ। ਸੋਸ਼ਲ ਮੀਡੀਆ ਨੇ ਬਹੁਤ ਚੇਂਜ ਲਿਆਂਦੀ ਵੀ ਹੈ, ਲਿਆ ਵੀ ਰਹੇ। ਲੋਕ ਸਵਾਲ ਪੁੱਛਣ ਲੱਗ ਪਏ, ਲੋਕ ਜਾਗਰੂਕ ਹੋ ਗਏ, ਬੋਲਣ ਲੱਗ ਪਏ। ਪਰ ਇਹਦੇ 'ਚ ਮੈਨੂੰ ਇੱਕ ਹੋਰ ਗੱਲ ਲੱਗਦੀ ਹੈ
ਜਿਹੜੀ ਗੱਲ ਇਹ ਆ ਵੀ ਜਿਹੜੀਆਂ ਧਿਰਾਂ ਇਲੈਕਸ਼ਨ ਲਈ ਖੜੀਆਂ ਨੇ, ਜਿਵੇਂ ਇਸ ਵਾਰ 5 ਧਿਰਾਂ ਖੜੀਆਂ ਨੇ ਹਨਾ, ਪਹਿਲੋਂ 3 ਖੜਦੀਆਂ ਸੀ, ਕੁਝ ਸਾਲ ਪਹਿਲਾਂ 2 ਹੀ ਧਿਰਾਂ ਸੀ, ਆਮੋ ਸਾਹਮਣੇ ਮੁਕਾਬਲਾ ਹੁੰਦਾ ਸੀ। ਹੁਣ ਲੋਕ ਡਾਕਟਰ ਸਾਹਿਬ ਉਹਨਾਂ 5 ਚੋਂ ਹੀ ਚੁਆਇਸ ਹੈ ਨਾ ਉਹਨਾਂ ਦੀ, ਸਮਝ ਰਹੇ ਨਾ, ਚੁਆਇਸ ਤੇ ਉੱਥੇ ਹੀ ਹੈ ਨਾ। 6ਵੇਂ ਤੇ ਉਹ ਕਿਸੇ ਨੂੰ ਵੋਟ ਪਾ ਨਹੀਂ ਸਕਦੇ। ਜੇ ਕੋਈ ਮਾਤੜ ਟਮਾਟੜ ਕੋਈ ਖੜਾ ਵੀ ਹੋਵੇ ਤੇ ਇਲੈਕਸ਼ਨ ਸਿਸਟਮ ਇੰਨਾ ਮਹਿੰਗਾ ਹੋ ਗਿਆ ਵੀ ਉਹ ਇਲੈਕਸ਼ਨ ਲੜ ਹੀ ਨਹੀਂ ਸਕਦਾ। ਔਰ ਉਹ ਫਿਰ ਉੱਥੇ ਆ ਜਾਂਦੇ ਵੀ ਲੋਕਾਂ ਦਾ ਰੁਝਾਨ ਵੀ ਇਹ ਹੁੰਦਾ ਯਾਰ ਇਹ ਕੀ ਕਰੂਗਾ, ਆ ਸਾਈਕਲ ਵਾਲਾ ਸਾਡੇ ਲਈ ਕੀ ਕਰੂਗਾ। ਸੋ ਮੇਰਾ ਮਤਲਬ ਵੀ ਜਦੋਂ ਚੁਆਇਸ ਹੈ ਹੀ 5 ਨੇ ਇਸ ਵੇਲੇ ਪਾਰਟੀਆਂ, ਤੇ ਹੁਣ ਉਹਨਾਂ ਚੋਂ ਹੀ ਦੇਖੂਗਾ ਨਾ ਵੀ ਕਿਹੜਾ ਬੈਟਰ ਹੈ ਵੋਟਰ, ਤੇ ਉਹਦੇ ਚੋਂ ਐਨਾਲਿਸਿਸ ਕਰੇਗਾ ਨਾ। ਵੋਟਰ ਦੀ ਇੱਕ ਬਹੁਤ ਵੱਡੀ ਤਰਾਸਦੀ ਇਹ ਹੈਗੀ ਹੈ, ਦਰਸ਼ਕਾਂ ਨਾਲ ਇਹ ਗੱਲ ਵੀ ਸਾਂਝੀ ਕਰ ਲੈਂਦੇ ਆ ਕਿ ਉਹ ਆਪਣੇ ਛੋਟੇ-ਛੋਟੇ ਮੁਫਾਦਾਂ ਦੇ ਨਾਲ ਕਿਸੇ ਨਾ ਕਿਸੇ ਵਿਅਕਤੀ ਨਾਲ ਉਹ ਜੁੜਿਆ ਹੁੰਦਾ। ਤੇ ਮੈਂ ਜੇ ਇੱਕ ਪਿੰਡ ਦੇ ਵਿੱਚ ਰਹਿਣ ਵਾਲਾ ਇੱਕ ਵੋਟਰ ਹੈਗਾ, ਮੇਰਾ ਮੁੰਡਾ ਕਾਲਜ ਦੇ ਵਿੱਚ ਪੜ੍ਹਦਾ ਹੈ ਜੀ, ਉਹਦੀ ਉੱਥੇ ਲੜਾਈ ਹੋ ਗਈ, ਨਿਆਣਿਆਂ ਦੀ ਹੋ ਜਾਂਦੀ ਹੈ, ਪਾਰਟੀਬਾਜ਼ੀ 'ਚ ਹੋ ਗਈ ਜਾਂ ਕਿਸ ਤਰ੍ਹਾਂ ਹੋ ਗਈ ਉਹਦੀ, ਮੈਂ ਉਹਨੂੰ ਥਾਣੇ 'ਚ ਫੜ ਕੇ ਲੈ ਗਏ। ਉਸ ਵੇਲੇ ਮੈਂ ਇਹ ਦੇਖਣਾ ਹੈ ਕਿ ਮੇਰੇ ਨਾਲ ਥਾਣੇ ਜਾਏਗਾ ਕੌਣ। ਬਿਲਕੁਲ ਠੀਕ। ਇਹ ਆਮ ਚੀਜ਼ ਜਿਹੜੀ ਹੈ ਨਾ ਦੇਖਣ ਦੇ ਵਿੱਚ ਇਹ ਆਉਂਦੀ ਹੈ ਸਾਡੇ ਸਿਸਟਮ ਦੇ ਵਿੱਚ ਕਿ ਉਹ ਲੋਕ ਫਿਰ ਚੱਲ ਵੀ ਤੂੰ ਜਾ ਰਿਹਾ, ਤੇਰੇ ਨਾਲ ਹੀ ਅਸੀਂ ਜੁੜੇ ਰਵਾਂਗੇ, ਕਿਉਂ ਮੇਰਾ ਥਾਣੇ 'ਚ ਕੰਮ ਕਰਾਤਾ ਇਹਨੇ, ਮੇਰਾ ਉੱਥੇ ਚਲਾ ਗਿਆ। ਆਮ ਬੰਦੇ ਲਈ ਉਹ ਬਹੁਤ ਵੱਡੀ ਗੱਲ ਹੈ। ਬਿਲਕੁਲ। ਹੁਣ ਇਸੇ ਤਰ੍ਹਾਂ ਡੀਸੀ ਦਫ਼ਤਰ ਕੋਈ ਕੰਮ ਹੋਏਗਾ, ਇਸੇ ਤਰ੍ਹਾਂ ਰੈਵਨਿਊ ਦਾ ਕੋਈ ਕੰਮ ਹੋਏਗਾ, ਤਹਿਸੀਲਦਾਰ ਦੇ ਕੋਲ ਹੋਏਗਾ, ਜਿਹੜਾ ਬੰਦਾ ਮੇਰੇ ਨਾਲ ਤੁਰੇਗਾ ਉਹ ਬੰਦਾ ਆਸਾਨ ਜਿਹਾ ਹੋ ਜਾਂਦਾ। ਬਿਲਕੁਲ, ਮੈਂ ਉਹਦੇ ਨਾਲ ਜੁੜਿਆ ਰਹੂੰਗਾ। ਹੁਣ ਸ਼ੁਰੂਆਤ ਹੀ ਜਿਹੜੀ ਹੈਗੀ ਹੈ ਜੇ ਰਾਜਨੀਤੀ ਦੇ ਵਿੱਚ ਕਰਪਸ਼ਨ ਦੀ ਹੈ, ਉਹ ਇਸ ਥਾਂ ਤੋਂ ਹੁੰਦੀ ਹੈ। ਇੱਕ ਹੋਰ ਡਾਕਟਰ ਸਾਹਿਬ, ਮੈਂ ਦੇਖਿਆ ਪੰਜਾਬ ਦੇ ਕਈ ਇੱਦਾਂ ਦੇ ਵਿਧਾਇਕ ਨੇ ਜਿਹੜੇ ਕਈ ਵਾਰ ਜਿੱਤੇ ਨੇ, ਔਰ ਪਰ ਵਿਧਾਨ ਸਭਾ 'ਚ ਹੋਰ ਥਾਵਾਂ ਤੇ, ਮਤਲਬ ਪਬਲਿਕ ਵਾਲੀਆਂ ਥਾਵਾਂ ਤੇ ਉਹ ਬਹੁਤ ਘੱਟ ਦੇਖਦੇ ਨੇ। ਕਈਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਯਾਰ ਇਹ ਵਿਧਾਇਕ ਆ, ਜਿੱਤੀ ਜਾ ਰਹੇ ਨੇ। ਕਹਿੰਦੇ ਇੱਕ ਹੋਰ ਰਾਜ ਹੈ, ਇੱਕ ਸਾਈਕੀ ਆ ਪੰਜਾਬ ਦੀ, ਵੀ ਜਿਹੜਾ ਵੀ ਕੋਈ ਲੀਡਰ ਵੱਡਾ ਕਿਸੇ ਦੀ ਖੁਸ਼ੀ 'ਚ ਮੌਕੇ ਆ ਜੇ, ਵਿਆਹ ਤੇ ਆ ਜੇ ਜਾਂ ਭੋਗ ਤੇ ਆ ਜੇ, ਤੇ ਉਹ ਉਹਨੂੰ ਪ੍ਰਾਊਡ ਸਮਝਦੇ, ਯਾਰ ਫਲਾਣਾ ਦੇਖੋ ਸਾਡੇ ਦੁੱਖ ਦੇ ਸਮੇਂ ਸ਼ਾਮਲ ਹੋਇਆ ਸੀ, ਸੁੱਖ ਦੇ ਸਮੇਂ ਸ਼ਾਮਲ ਹੋਇਆ ਸੀ, ਸਾਡਾ ਮਾਣ ਵਧਾਇਆ, ਸਾਡਾ ਦੁੱਖ ਜਿਹੜਾ ਘਟਾਇਆ, ਤੇ ਉਹ ਉਸੇ ਪ੍ਰਵਾਹ 'ਚ ਹੀ ਵੋਟਾਂ ਪਾਈ ਜਾਂਦੇ ਆ। ਮੈਂ ਇਹੀ ਤੇ ਗੱਲ ਪਹਿਲੇ ਸ਼ੁਰੂ ਦੇ ਵਿੱਚ ਵੀ ਇਹੀ ਕਹੀ। ਚਲੋ ਉਹ ਮੈਂ ਕਹਿੰਦਾ ਚੰਗੀ ਗੱਲ ਹੈ, ਇੱਕ ਲੀਡਰ ਨੂੰ ਦੁੱਖ ਸੁੱਖ 'ਚ ਜਾਣਾ ਚਾਹੀਦਾ, ਪਰ ਉਹ ਇੱਕ ਪਾਰਟ ਹੈ, ਜਾਣਾ ਚਾਹੀਦਾ, ਪਰ ਭਾਵਨਾਵਾਂ ਨਾਲ ਜਿਹੜਾ ਖਿਲਵਾੜ ਹੈ ਉਹ ਜਦੋਂ ਹੁੰਦਾ ਉਹ ਲੋਕਾਂ ਨੂੰ ਵੀ ਸਮਝਣਾ ਚਾਹੀਦਾ। ਉਹ ਵਿਅਕਤੀ ਨਿੱਜੀ ਰੂਪ ਦੇ ਵਿੱਚ ਕਿਸ ਤਰ੍ਹਾਂ ਦਾ ਹੈ ਜੀ, ਇਹਦੇ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਉਸ ਵਿਅਕਤੀ ਦੇ ਪਰਿਵਾਰਕ ਰਿਸ਼ਤੇ ਕਿਸ ਤਰ੍ਹਾਂ ਦੇ ਨੇ, ਇਹਦੀ ਵੀ ਪਰਖ ਹੋਣੀ ਚਾਹੀਦੀ ਹੈ ਜੀ। ਕਿਉਂਕਿ ਉਹ ਕਹਿੰਦੇ ਹੁੰਦੇ ਆ ਨਾ, ਜਿੱਦਾਂ ਦੀ ਕੋਕੋ ਉਦਾਂ ਦੇ ਕੋਕੋ ਦੇ ਬੱਚੇ। ਹੁਣ ਉਹ ਕੋਕੋ ਆਈ ਕਿੱਥੋਂ ਹੈ? ਜੇ ਉਹ ਛਾਤਰ ਸਿਸਟਮ ਦਾ ਹੀ ਹਿੱਸਾ ਹੈ ਕੋਕੋ ਕੋਈ, ਤੇ ਇਹ ਲੋਕਾਂ ਨੇ ਦੇਖਣਾ। ਹਰ ਬੰਦਾ ਇਹ ਕਹਿੰਦਾ ਕਿ ਨਹੀਂ ਜੀ ਚਲੋ ਜੇ ਕੋਈ ਪਾਰਟੀ ਆਈ ਹੈਗੀ ਹੈ ਪਹਿਲੀ ਵਾਰੀ ਜੇ ਆਉਂਦੀ ਹੈ, ਚਲੋ ਹੁਣ ਇਹਨੂੰ ਵੀ ਦੇਖ ਲਈਏ। ਉਹ ਭਾਈ ਜਦੋਂ ਇਹਨੂੰ ਦੇਖਣਾ ਤੁਸੀਂ, ਇਹਦਾ ਮਤਲਬ ਹੈ ਪੁਰਾਣੀਆਂ ਜਿਹੜੀਆਂ ਉਹ ਫੇਲ ਹੋ ਚੁੱਕੀਆਂ, ਤੇ ਪੁਰਾਣੀਆਂ ਵੀ ਕਦੀ ਨਵੀਆਂ ਸੀਗੀਆਂ ਨਾ, ਉਦੋਂ ਵੀ ਲੋਕਾਂ ਨੇ ਉਹਨਾਂ ਨੂੰ ਦੇਖਿਆ ਸੀ। ਇੱਕ ਗੱਲ ਤੇ ਪੱਕੀ ਮੰਨ ਕੇ ਚੱਲੋ ਕਿ ਜਿਹੜਾ ਇਸ ਸਿਸਟਮ ਦੇ ਵਿੱਚ ਤੁਰੇਗਾ, ਇਹ ਉਹਦਾ ਹੀ ਹਿੱਸਾ ਬਣ ਕੇ ਕਿਤੇ ਨਾ ਕਿਤੇ ਅੱਗੇ ਜਾ ਕੇ ਫਿਰ ਉਹ ਕਰਪਸ਼ਨ ਦਾ ਇੱਕ ਉਸੇ ਸਿਸਟਮ 'ਚ ਬਿਲਕੁਲ ਆ ਜਾਏਗਾ। ਕਿਉਂ? ਜਿਹੜੇ ਉਦੋਂ ਨਵੇਂ ਆਏ ਸੀਗੇ ਉਹ ਵੀ ਤੇ ਅੱਜ ਪੁਰਾਣੇ ਹੋ ਕੇ ਤੁਸੀਂ ਉਹਨਾਂ ਨੂੰ ਤਿਆਗ ਰਹੇ ਹੋ, ਤੇ ਕੋਈ ਨਾ ਕੋਈ ਨੁਕਸ ਦੇਖਿਆ ਤਦ ਹੀ ਤਿਆਗ ਰਹੇ ਹੋ। ਡਰ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੁੰਦਾ ਹੈ ਹਰ ਇੱਕ ਚੀਜ਼ ਦੇ ਵਿੱਚ। ਮੈਂ ਜਦੋਂ ਵੀ ਡਰ ਮੁਕਤ ਹੋ ਗਿਆ, ਮੈਂ ਡਿਸਪਲਿਨ ਚੋਂ ਬਾਹਰ। ਡਾਕਟਰ ਸਾਹਿਬ ਇੱਕ ਹੋਰ ਗੱਲ ਮੈਂ ਨਾਲ ਜੋੜਦਾ, ਦੇਖੋ ਇੱਕ ਐਨਾਲਿਸਿਸ ਇਹ ਬਹੁਤ ਜ਼ਰੂਰੀ ਹੈ, ਹੋਣਾ ਚਾਹੀਦਾ ਹੈ ਵੀ ਜਦੋਂ ਕਿਸੇ ਨੂੰ ਆਪਾਂ ਵੋਟ ਪਾਈਏ,
ਵੀ ਜਿਹੜੇ ਪੰਜਾਬ ਦੇ ਸਟੇਟ ਲੈਵਲ ਦੇ ਮੁੱਦੇ ਨੇ, ਇੱਕ ਜਿਹੜਾ ਵਿਧਾਇਕ ਹੈ 117 ਵਿਧਾਇਕ ਨੇ ਪੰਜਾਬ ਦੇ, ਉਹ ਸਿਰਫ ਇਹ ਨਹੀਂ ਵੀ ਭਦੌੜ ਜਾਂ ਉਹ ਮਾਨਸਾ ਜਾਂ ਸਰਦੂਲਗੜ੍ਹ ਤੱਕ ਹੀ ਉੱਥੇ ਝਾੜੂ ਫੇਰ ਜਾਂ ਸੜਕਾਂ ਬਣਾਉਣ ਤੱਕ ਸੀਮਤ ਹੈ। 117 ਵਿਧਾਇਕਾਂ ਨੇ ਪੰਜਾਬ ਦੀ ਕਿਸਮਤ ਘੜਨੀ ਹੈ, ਪੰਜਾਬ ਦੇ ਦੁਖਾਂਤਾਂ ਨੂੰ ਦੂਰ ਕਰਨਾ ਹੈ। ਤੇ ਉਹ ਦੁਖਾਂਤ ਦੂਰ ਕਰਨ ਲਈ ਜਾਂ ਵਿਕਾਸ ਕਰਨ ਲਈ ਜਦੋਂ ਉਹ ਵਿਧਾਨ ਸਭਾ ਵਿੱਚ ਡਿਸਕਸ਼ਨ ਕਰਦੇ ਨੇ, ਮੈਨੂੰ ਲੱਗਦਾ ਉੱਥੋਂ ਤੱਕ ਤੇ ਪੰਜਾਬ ਦੇ ਲੋਕ ਪਹੁੰਚਦੇ ਨੇ ਵੀ ਕੌਣ ਕਿੱਥੇ ਖੜਾ ਹੈ। ਕਈ ਵਿਧਾਇਕਾਂ ਨੂੰ ਦੇਖ ਕੇ ਸ਼ਰਮ ਆਉਂਦੀ ਹੈ ਵੀ ਯਾਰ ਇਹ ਵਿਧਾਇਕ ਹੈ, ਇੰਨਾ ਸੀਰੀਅਸ ਇਸ਼ੂ ਡਿਸਕਸ ਹੋ ਰਿਹਾ, ਉੱਥੇ ਬੋਲ ਹੀ ਨਹੀਂ ਰਿਹਾ, ਗੂੰਗਾ ਬਣ ਕੇ ਬੈਠਾ, ਜਾਂ ਜੇ ਬੋਲ ਰਿਹਾ ਤੇ ਬੋਲ ਕੀ ਰਿਹਾ ਉਹ। ਅੱਛਾ, ਕਈ ਵਿਧਾਇਕ ਇੱਦਾਂ ਦੇ ਨੇ ਜਾਂ ਮੰਤਰੀ ਇੱਦਾਂ ਦੇ ਨੇ ਜਾਂ ਮੁੱਖ ਮੰਤਰੀ ਹੋ ਸਕਦੇ ਨੇ, ਉਹ ਜਦੋਂ ਬੋਲਦੇ ਨੇ ਤੇ ਯਾਰ ਲੱਗਦਾ ਵੀ ਸ਼ੁਕਰ ਹੈ ਵੀ ਯਾਰ ਪੰਜਾਬ ਦੇ ਦੁੱਖ, ਪੰਜਾਬ ਦੇ ਸੁੱਖ, ਪੰਜਾਬ ਦੇ ਵਿਕਾਸ ਨੂੰ ਕੋਈ ਸਮਝਣ ਵਾਲਾ ਵੀ ਬੰਦਾ ਵੀ ਹੈਗਾ। ਮੈਂ ਕਹਿੰਦਾ ਚਾਹ ਚੜ੍ਹ ਜਾਂਦਾ ਸਾਨੂੰ ਉੱਥੇ ਪ੍ਰੈਸ ਗੈਲਰੀ 'ਚ ਬੈਠ ਕੇ, ਯਾਰ ਸ਼ੁਕਰ ਹੈ ਸਾਡੀ ਗੱਲ ਕੀਤੀ। ਬੜੀ ਤੁਸੀਂ ਮੁੱਦੇ ਦੀ ਗੱਲ ਕੀਤੀ ਹੈ। ਪ੍ਰੈਸ ਗੈਲਰੀ ਦਾ ਸੀਨ ਜਿਹੜਾ ਹੈਗਾ ਆ ਉਹ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ। ਮੈਂ ਬਤੌਰ ਪਬਲਿਕ ਰਿਲੇਸ਼ਨ ਉੱਥੇ ਵਿਚਰਦਾ ਰਿਹਾ, ਤੁਸੀਂ ਪ੍ਰੈਸ ਗੈਲਰੀ ਦੇ ਨੁਮਾਇੰਦੇ ਦੇ ਤੌਰ ਤੇ ਉੱਥੇ ਵਿਚਰੇ ਹੋ, ਹੁਣ ਵੀ ਵਿਚਰਦੇ ਹੋ ਜੀ। ਸਾਰੇ ਐਮਐਲਏਜ਼, ਸਾਰੇ ਮੰਤਰੀ ਸਾਹਿਬਾਨ, ਹਰ ਜਿਹੜਾ ਅੱਛਾ ਬਾਕੀ ਆਫੀਸਰਸ, ਆਈਏਐਸ ਆਫੀਸਰ ਸਾਰੇ ਬੈਠੇ ਨੇ। ਉਹ ਲੋਕਾਂ ਦੇ ਚੁਣੇ ਹੋਏ ਆ ਜੀ, ਲੋਕਾਂ ਦੀ ਗੱਲ ਕਰਨ ਵਾਸਤੇ ਉੱਥੇ ਜਾਂਦੇ ਆ। ਉਹਨਾਂ ਦਾ ਉੱਥੇ ਕੀਤਾ ਗਿਆ ਕੰਮ, ਬੋਲੀ ਗਈ ਕੋਈ ਵੀ ਹਿਸਟਰੀ ਬਣ ਜਾਂਦਾ ਜੀ, ਉਹ ਇਤਿਹਾਸ ਬਣ ਜਾਂਦਾ। ਉਹਨਾਂ ਦੀ ਉੱਥੇ ਕੀਤੀ ਗਈ ਗੱਲ ਤੁਹਾਡੇ ਜ਼ਰੀਏ, ਤੁਹਾਡੇ ਮਾਨੇ ਅਖਬਾਰਾਂ ਦੇ ਜ਼ਰੀਏ, ਚੈਨਲਸ ਦੇ ਜ਼ਰੀਏ ਲੋਕਾਂ ਤੱਕ ਕੱਪੜਦੀ ਹੈ। ਕਿਉਂ ਨਹੀਂ ਕੁਛ ਇਹੋ ਜਿਹਾ ਸਿਸਟਮ ਤਿਆਰ ਕੀਤਾ ਜਾਂਦਾ ਹੈ ਕਿ ਇਹ ਜਿਹੜਾ ਜ਼ਰੀਆ ਹੈ ਇਹ ਸਿੱਧਾ ਲੋਕ ਹੀ ਬਣਾ ਦਿੱਤੇ ਜਾਣ। ਬਹੁਤ ਅੱਛੀ ਗੱਲ, ਬਹੁਤ ਅੱਛੀ ਗੱਲ। ਪਤਾ ਲੱਗੇ ਕਿਉਂ ਨਹੀਂ, ਬਿਲਕੁਲ ਕਿੱਥੇ ਖੜਾ ਕੋਈ। ਤੁਹਾਨੂੰ ਤਾਂ ਸ਼ਰਮ ਆ ਗਈ ਕਿ ਉਹ ਬੰਦਾ ਬੋਲਿਆ ਨਹੀਂ, ਉਸ ਬੰਦੇ ਨੂੰ ਸ਼ਰਮ ਆਈ। ਉਸ ਬੰਦੇ ਨੂੰ ਉਦੋਂ ਸ਼ਰਮ ਆਏਗੀ ਜਦੋਂ ਉਹ 3 ਕਰੋੜ ਲੋਕਾਂ ਦੇ ਸਾਹਮਣੇ ਚੁੱਪਚਾਪ ਹੀ ਬੈਠਾ ਰਹੇਗਾ ਔਰ ਲੋਕ ਉਹਨੂੰ ਕਹਿਣਗੇ ਕੁਛ ਤਾਂ ਬੋਲ। ਨਾਲੇ ਇੱਕ ਹੋਰ ਗੱਲ ਹੋਊਗੀ, ਜਿਹੜੇ ਸਪੀਕਰ ਸਾਹਿਬ ਨੂੰ ਬਾਰ-ਬਾਰ ਕਹਿਣਾ ਪੈਂਦਾ ਵੀ ਉਹ ਫਲਾਣੇ ਐਮਐਲਏ ਦੇ ਫਲਾਣੇ ਸ਼ਬਦ ਸਪੰਜ ਕਰ ਦਿਓ, ਡਿਲੀਟ ਕਰ ਦਿਓ, ਉਹ ਵੀ ਪੰਜਾਬ ਦੇ ਲੋਕਾਂ ਕੋਲ ਜਾਣ ਵੀ ਇਹ ਵਿਧਾਨ ਸਭਾ ਦੇ ਉਹ ਪਵਿੱਤਰ ਸਦਨ 'ਚ ਬੈਠ ਕੇ ਕਿਹੜੇ ਬੋਲ ਬੋਲਦੇ ਨੇ। ਡਰਨਗੇ। ਮੈਂ ਤਦੇ ਹੀ ਕਿਹਾ ਕਿ ਇੱਕ ਡਰ ਜਿੰਨੀ ਦੇਰ ਤੱਕ ਪੈਦਾ ਨਹੀਂ ਹੁੰਦਾ ਉਨੀ ਦੇਰ ਤੱਕ ਕੋਈ ਵੀ ਸਿਸਟਮ ਕੰਮ ਨਹੀਂ ਕਰ ਸਕਦਾ। ਜੇ ਬਾਪ ਦਾ ਡਰ ਨਾ ਹੋਵੇ ਤਾਂ ਪਰਿਵਾਰ ਜਿਹੜਾ ਹੈਗਾ ਆ ਉਹ ਉਥਲ-ਪੁਥਲ ਹੋ ਜਾਂਦਾ ਜੀ। ਜੇ ਹੈਡਮਾਸਟਰ ਦਾ ਡਰ ਨਾ ਹੋਵੇ ਤਾਂ ਮਾਸਟਰ ਹੀ ਜਿਹੜੇ ਹੈਗੇ ਆ ਉਹ ਕੰਮ ਨਹੀਂ ਕਰਦੇ। ਸੰਸਥਾ ਦੀ ਗੱਲ ਕਰ ਲਓ ਜੀ। ਬਿਲਕੁਲ, ਜੇ ਪ੍ਰਿੰਸੀਪਲ ਨਹੀਂ ਹੈ ਕਾਲਜ ਦੇ ਵਿੱਚ, ਜੇ ਯੂਨੀਵਰਸਿਟੀ ਦੇ ਵਿੱਚ ਵੀਸੀ ਦਾ ਡਰ ਨਾ ਹੋਵੇ ਤਾਂ ਸਾਰਾ ਸਿਸਟਮ ਜਿਹੜਾ ਤੁਹਾਡਾ ਮਤਲਬ ਇੱਕ ਜਿਹੜਾ ਐਮਐਲਏ ਹੈ ਉਹਦਾ ਪ੍ਰਿੰਸੀਪਲ, ਉਹਦੀ ਨਿਗਰਾਨੀ ਕਰਨ ਵਾਲੇ ਉਸ ਹਲਕੇ ਦੇ ਵੋਟਰ ਨੇ। ਮੈਂ ਕਿਹਾ ਜੀ ਪੂਰੀ ਪੰਜਾਬ ਦੀ ਜਨਤਾ ਕਿਉਂ ਨਹੀਂ ਬਣਾ ਦਿੱਤੀ ਜਾਂਦੀ ਉਹਦਾ ਪ੍ਰਿੰਸੀਪਲ। ਠੀਕ ਹੈ, ਚਲੋ ਘੱਟੋ ਘੱਟ ਉਹ ਤਾਂ ਹੈ ਹੀ ਨੇ ਨਾ ਹਲਕੇ ਨੂੰ, ਤੇ ਉਹਨੂੰ ਚੌਂਕੀਦਾਰਾ ਕਰਨਾ ਚਾਹੀਦਾ ਨਾ ਆਪਣੇ ਨੁਮਾਇੰਦੇ ਤੇ। ਨਹੀਂ, ਮੈਂ ਆਪਣੇ ਹਲਕੇ ਦਾ ਹੀ ਕਿਉਂ ਸੋਚਾਂ। ਜੇ ਮੈਂ ਇੱਕ ਐਸ ਹਲਕੇ ਦੇ ਵਿੱਚ ਵੋਟਰ ਹਾਂ, ਮੈਂ ਮੋਹਾਲੀ ਦੇ ਵਿੱਚ ਵੋਟਰ ਹਾਂ, ਤਾਂ ਮੈਂ ਮੋਹਾਲੀ ਦੇ ਵਿੱਚ ਕਿਉਂ ਸੋਚਾਂ। ਮੈਂ ਜਲੰਧਰ ਦਾ ਵੋਟਰ ਹਾਂ, ਮੈਂ ਜਲੰਧਰ ਦਾ ਕਿਉਂ ਸੋਚਾਂ। ਡਾਕਟਰ ਸਾਹਿਬ ਉਹ ਤੇ ਛੱਡ ਦੋ ਗੱਲ, ਹੁਣ ਆਪਾਂ ਨਾਂ ਨਹੀਂ ਲੈਣਾ ਕਿਉਂਕਿ ਆਪਾਂ ਕਰ ਰਹੇ ਡਿਸਕਸ਼ਨ, ਬੜੀ ਉਸਾਰੂ ਡਿਸਕਸ਼ਨ ਕਰ ਰਹੇ ਹਾਂ। ਕੁਛ ਮੰਤਰੀ ਜਦੋਂ ਉਹਨਾਂ ਕੋਲ ਬੈਠੀ ਰਹੇ ਜਾ ਕੇ ਉਹਨਾਂ ਨਾਲ ਕੋਈ ਪੰਜਾਬ ਦੀ ਗੱਲ ਕਰੀ ਦੀ ਵੀ ਸਰ ਤੁਹਾਡੇ ਕੋਲ ਇਹ ਡਿਪਾਰਟਮੈਂਟ ਆ, ਇਹ ਦੁਖਾਂਤ ਵਾਪਰ ਰਿਹਾ ਜੇ, ਤੁਹਾਡੀ ਪੈਨ ਚੱਲਿਆ, ਕਲਮ ਚੱਲੀ ਤੇ ਇੰਨੇ ਲੋਕਾਂ ਦਾ ਕਲਿਆਣ ਹੋ ਜਾਊਗਾ, ਇੰਨੇ ਪੰਜਾਬ ਦੇ ਨੌਜਵਾਨਾਂ ਨੂੰ ਫ੍ਰੀ 'ਚ ਨੌਕਰੀ ਮਿਲ ਜੂਗੀ। ਮੈਂ ਉਹਦੇ ਤੋਂ ਅੱਗੇ ਨਹੀਂ ਜਾਊਂਗਾ, ਪਤਾ ਲੱਗ ਜੂ ਕਿਹਦੇ ਬਾਰੇ ਗੱਲ ਕਰ ਰਿਹਾ। ਪਰ ਉਹ ਕੀ ਕਰਦੇ ਨੇ, ਛੱਡ ਯਾਰ ਤਰਲੋਚਨ ਚਾਹ ਪੀ, ਤੇ ਜਿਹੜੇ ਉੱਥੇ ਬੈਠੇ ਹੁੰਦੇ ਬੰਦੇ ਕੰਮ ਕਰਾਉਣ ਵਾਲੇ, ਲਿਆ ਵੀ ਐਸਐਚਓ ਨਾਲ ਗੱਲ ਕਰਾ, ਲਿਆ ਵੀ ਡੀਐਸਪੀ ਨਾਲ ਗੱਲ ਕਰ, ਲਿਆ ਵੀ ਤਹਿਸੀਲਦਾਰ ਨਾਲ ਗੱਲ ਕਰਾ। ਮੰਤਰੀ ਵੀ ਐਸਐਚਓ ਤੇ ਡੀਐਸਪੀ ਤਹਿਸੀਲਦਾਰ ਤੋਂ ਉੱਪਰ ਉਹਨਾਂ ਦੀ ਸੋਚ ਨਹੀਂ ਆਉਂਦੀ। ਮੇਰੀ ਪਹਿਲੀ ਗੱਲ ਤੇ ਆ ਜਾਓ, ਉਹ ਮਾਂ ਨਹੀਂ ਜਿੰਨੀ ਦੇਰ ਤੱਕ ਬਣਦੇ ਬੁਰਕੀ ਦੇਣ ਵਾਲੇ, ਉਨੀ ਦੇਰ ਤੱਕ ਉਹਨਾਂ ਦੇ ਅੰਦਰ ਸੋਚ ਡਿਵੈਲਪ ਨਹੀਂ ਹੋਏਗੀ। ਜਿੰਨੀ ਦੇਰ ਤੱਕ ਉਹਨਾਂ ਦੇ ਅੰਦਰ ਮਮਤਾ ਨਹੀਂ ਜਾਗਦੀ। ਮੈਂ ਜਿੰਨੀ ਦੇਰ ਤੱਕ ਆਪਣੇ ਬੱਚਿਆਂ ਵਾਂਗੂ ਹਰ ਇੱਕ ਪੰਜਾਬ ਦੇ ਬੰਦੇ ਨੂੰ ਢਿੱਡੋਂ ਜੰਮਿਆ ਇਹ ਨਹੀਂ ਸਮਝਦਾ, ਉਨੀ ਦੇਰ ਤੱਕ ਉਹਦੇ ਲਈ ਮੇਰਾ ਪਿਆਰ ਹੀ ਨਹੀਂ ਪੈਦਾ ਹੋ ਸਕਦਾ। ਤੇ ਮਾਂ ਬਣਨਾ ਪਏਗਾ ਉਹਨਾਂ ਲੀਡਰਾਂ ਨੂੰ। ਜੇ ਪਰਮਾਤਮਾ ਨੇ ਉਹਨਾਂ ਨੂੰ ਇਹ ਇੱਕ ਸਥਾਨ ਬਖਸ਼ ਦਿੱਤਾ ਤਾਂ ਜੇ ਉਹ ਪਹਿਲੇ ਮਾਂ ਨਹੀਂ ਹੈਗੇ
ਤਾਂ ਉਹ ਉਸ ਸਥਾਨ ਗ੍ਰਹਿਣ ਕਰਨ ਤੋਂ ਬਾਅਦ ਮਾਂ ਬਣ ਜਾਣ ਤਾਂ ਵੀ ਕੋਈ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਹੁੰਦਾ। ਮਾਂ ਬਣੋ। ਡਾਕਟਰ ਸਾਹਿਬ, ਮਾਂ ਬੁਰਕੀ ਦੇਣ ਵਾਲੀ, ਦੂਜੇ ਦੇ ਮੂੰਹ 'ਚ ਪਾਉਣ ਵਾਲੀ, ਜਾਂ ਕਹਿ ਲਈਏ ਪੰਜਾਬ ਦੇ ਮੂੰਹ 'ਚ ਪਾਉਣ ਵਾਲੀ ਕਦੋਂ ਮਿਲੇਗੀ? ਇਹ ਬਹੁਤ ਵੱਡਾ ਸਵਾਲ ਹੈ। 2022 ਦੀ ਚੋਣਾਂ 'ਚ ਲੱਗਦਾ ਕਿਤੇ ਇਦਾਂ ਦੀ ਮਾਂ ਪੰਜਾਬ ਨੂੰ ਮਿਲੇਗੀ? 2022 ਦੀ ਚੋਣਾਂ ਦੇ ਵਿੱਚ ਤਾਂ ਜੋ ਐਨਾਲਿਸਿਸ ਸਾਹਮਣੇ ਆ ਰਹੇ ਆ, ਇਹਦੇ ਵਿੱਚ ਤਾਂ ਇਹੋ ਹੀ ਨਹੀਂ ਪਤਾ ਲੱਗ ਰਿਹਾ ਕਿ ਜਿਸ ਬੰਦੇ ਨੂੰ ਤੁਸੀਂ ਚੁਣੋਗੇ, ਜਿਸ ਬੰਦੇ ਦੇ ਵਿਰੋਧ ਦੇ ਵਿੱਚ, ਕੱਲ ਨੂੰ ਇਹੋ ਹੀ ਚੁਣਿਆ ਹੋਇਆ ਬੰਦਾ ਉਸ ਦੇ ਨਾਲ, ਉਸ ਦੀ ਪਾਰਟੀ ਦੇ ਨਾਲ ਜਾ ਕੇ ਗਲਵੱਖੜੀ ਪਾ ਲੇਗਾ। ਇਹੀ ਨਹੀਂ ਕਲੀਅਰ ਹੈਗਾ ਤੇ ਉਹ ਮਾਂ ਕਿੱਥੋਂ ਲੱਭੇਗੀ? ਓਕੇ, ਤੁਹਾਡਾ ਮਤਲਬ ਜੇ ਵੋਟਰ ਕੋਈ ਲੱਭ ਵੀ ਲੈਣ ਵੀ ਯਾਰ ਇਹ ਮਾਂ ਚੰਗੀ ਹੈ, ਇਹ ਸਾਡੇ ਮੂੰਹ 'ਚੋਂ ਬੁਰਕੀ ਖੋਹ ਕੇ ਆਪਣੇ ਮੂੰਹ 'ਚ ਨਹੀਂ ਪਾਊਗੀ, ਸਗੋਂ ਆਪਣੇ ਮੂੰਹ ਦੀ ਬੁਰਕੀ ਸਾਡੇ ਮੂੰਹ 'ਚ ਪਾਊਗੀ, ਤੇ ਤੁਹਾਡਾ ਮਤਲਬ ਉਹਦੇ 'ਤੇ ਵਿਸ਼ਵਾਸ ਨਹੀਂ ਵੀ ਉਹ ਫਿਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਲਈ ਉਸ ਪਾਰਟੀ 'ਚ ਸ਼ਾਮਲ ਹੋ ਜਾਏ ਜਿਹੜੀ ਬੁਰਕੀਆਂ ਖੋਹਣ ਵਾਲੀ ਹੈ? ਜੇ ਤਾਂ ਨੈਸ਼ਨਲ ਕਰੈਕਟਰ ਹੈ ਬੰਦਿਆਂ ਦੇ ਵਿੱਚ ਜਿਉਂਦਾ, ਜੇ ਉਹਨਾਂ ਦੇ ਵਿੱਚ ਈਮਾਨ ਜਿਉਂਦਾ ਹੈ, ਜੇ ਉਹਨਾਂ ਦਾ ਅਕੀਦਾ ਰੱਬ ਦੇ ਵਿੱਚ ਹੈ, ਜੇ ਉਹ ਇਹ ਚਾਹੁੰਦੇ ਹੈਗੇ ਆ ਕਿ ਕਰਮਾ ਥਿਊਰੀ ਨੂੰ ਮੰਨਦੇ ਆ ਕਿ ਜੇ ਅਸੀਂ ਇਦਾਂ ਦੇ ਕਰਮ ਕਰਾਂਗੇ ਤਾਂ ਸਾਨੂੰ ਮੋਕਸ਼ ਹੀ ਪ੍ਰਾਪਤ ਹੋਏਗਾ, ਜੇ ਅਸੀਂ ਕਿਤੇ ਕੋਈ ਗਲਤੀ ਕਰਾਂਗੇ ਅਸੀਂ ਮਾਰੇ ਜਾਵਾਂਗੇ, ਅਸੀਂ ਜਹਾਨ ਤੋਂ ਰੱਬੋਂ ਵੀ ਜਾਵਾਂਗੇ, ਜਹਾਨ ਤੋਂ ਵੀ ਜਾਵਾਂਗੇ, ਜੇ ਉਹ ਇਹ ਭਾਵਨਾ ਲੈ ਕੇ ਨੈਸ਼ਨਲ ਕਰੈਕਟਰ ਜਗਾਉਂਦੇ ਹੈਗੇ ਆ, ਤਾਂ ਸਾਨੂੰ ਅੱਜ ਉਹਨਾਂ ਲੋਕਾਂ ਦੀ ਜ਼ਰੂਰਤ ਹੈਗੀ ਹੈ ਜਿਹੜੇ ਈਮਾਨ ਦੇ ਪੱਕੇ ਹੋਣ, ਈਮਾਨ ਦੇ ਸੁੱਚੇ ਸੱਚੇ ਹੋਣ, ਲੋਕਾਂ ਦੇ ਲਈ ਉਹ ਮਾਂ ਬਣਨ, ਉਹ ਵਾਲੀ ਮਾਂ ਜਿਹੜੀ ਬੁਰਕੀ ਉਹਨਾਂ ਦੇ ਮੂੰਹ 'ਚ ਪਾਏ, ਨਾ ਕਿ ਆਪਣੇ ਮੂੰਹ 'ਚ ਪਾਏ। ਡਾਕਟਰ ਸਮਾਂ ਘੱਟ ਹੈ, ਥੋੜੀ ਕੋਈ ਰਚਨਾ ਕੋਈ ਉਹ ਮਾਂ ਲੱਭਣ ਵਾਸਤੇ ਭਾਈ ਸਾਹਿਬ ਮੈਂ ਤਾਂ ਪੂਰਾ ਇੱਕ ਵਿਸ਼ਵਾਸ ਰੱਖਦਾ ਕਿ ਉਹ ਮਾਂ ਜਿਹੜੀ ਹੈਗੀ ਹੈ ਉਹ ਸਾਨੂੰ ਮਿਲ ਵੀ ਜਾਏਗੀ। ਤੇ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਕਕਨੂਸ ਹੈ ਪੰਛੀ, ਉਹ ਉਡਾਨ ਭਰਦਾ ਹੈ, ਇੰਨੀ ਉੱਚੀ ਉਡਾਨ ਭਰਦਾ ਹੈ ਕਿ ਉਹਨੂੰ ਅੱਗ ਵੀ ਲੱਗ ਜਾਂਦੀ, ਤੇ ਉਹ ਜ਼ਮੀਨ ਤੇ ਗਿਰ ਕੇ ਫਿਰ ਉਸੇ ਅੱਗ ਦੇ ਵਿੱਚੋਂ ਮੁੜ ਕੇ ਜਨਮ ਲੈਂਦਾ ਹੈ। ਉਹਦੇ ਵਾਸਤੇ 2 ਸਤਰਾਂ ਨੇ, ਤੁਸੀਂ ਲੱਖ ਸੰਜੋਈ ਰੱਖੋਗੇ ਇਹ ਖਿੱਲਰ ਫਿਰ ਵੀ ਜਾਣੇ ਨੇ, ਮਿਲ ਮਿੱਟੀਏ ਹੀ ਇਹ ਪੁੰਗਰਨਗੇ ਜੋ ਸੁੱਚੇ ਜੀਵਨ ਦਾਣੇ ਨੇ, ਕਕਨੂਸ ਨਾ ਮਰਦੇ ਧਰਤੀ ਦੇ, ਮਿਲ ਮਿੱਟੀਏ ਮਿੱਟੀਓਂ ਉੱਗਣਗੇ, ਜੋ ਅੱਗ ਇਹਨਾਂ ਨੂੰ ਖਾਂਦੀ ਹੈ ਹਰ ਜਨਮ ਉਸੇ ਨਾਲ ਪੁੱਗਣਗੇ, ਹਰ ਜਨਮ ਉਸੇ ਨਾਲ ਪੁੱਗਣਗੇ। ਸੋ ਡਾਕਟਰ ਅਜੀਤ ਕਮਲ ਸਿੰਘ ਜੀ ਨੇ ਇੱਕ ਬਹੁਤ ਵੱਡਾ ਸਵਾਲ ਖੜਾ ਕਰ ਦਿੱਤਾ ਸਾਲ 2022 ਦੇ ਚੋਣ ਅਖਾੜੇ ਦੇ ਵਿੱਚ ਵੀ ਬੁਰਕੀ ਵਾਲੀ ਮਾਂ ਜਿੰਨਾ ਚਿਰ ਨਾ ਲੱਭੀ ਉਹਨਾਂ ਚਿਰ ਪੰਜਾਬ ਦਾ ਕੁਝ ਨਹੀਂ ਬਣਨਾ। ਔਰ ਉਹਨਾਂ ਦੇ ਨਾਲ ਇਹ ਵੀ ਗੱਲ ਕਹੀ ਹੈ ਵੀ ਆਸ ਨਹੀਂ ਛੱਡਣੀ ਚਾਹੀਦੀ, ਕਿਉਂਕਿ ਬੁਰਕੀ ਵਾਲੀ ਮਾਂ ਲੱਖਾਂ ਕਰੋੜਾਂ ਵੋਟਰਾਂ ਨੇ ਲੱਭਣੀ ਹੈ, ਤੇ ਜੇ ਇਹਦੇ ਲਈ ਪੰਜਾਬ ਸਿਆਣਾ, ਪੰਜਾਬ ਸੁਚੇਤ, ਪੰਜਾਬ ਚੌਕਸ ਹੋ ਜਾਵੇ ਤੇ ਵੋਟ ਪਾਉਣ ਤੋਂ ਪਹਿਲਾਂ ਇਹ ਦੇਖੇ ਵੀ ਇਹ ਉਮੀਦਵਾਰ ਉਹ ਮਾਂ ਹੈ ਜਿਹੜੀ ਆਪਣੇ ਮੂੰਹ 'ਚੋਂ ਬੁਰਕੀ ਕੱਢ ਕੇ ਪੰਜਾਬ ਦੇ ਮੂੰਹ 'ਚ ਪਾਏਗੀ। ਤੇ ਜੇ ਇੰਨੀ ਕੁ ਗੱਲ ਪੰਜਾਬ ਦੇ ਵੋਟਰਾਂ ਨੂੰ ਸਮਝ ਆ ਜੇ ਤੇ ਪੰਜਾਬ ਕਈ ਵੱਡੇ ਦੁਖਾਂਤਾਂ ਵਿੱਚੋਂ ਉੱਭਰ ਸਕਦਾ। ਆਸ ਕਰਦੇ ਹਾਂ ਅਸੀਂ ਪੰਜਾਬ ਨੂੰ ਦੁਖਾਂਤਾਂ ਵਿੱਚੋਂ ਜਲਦੀ ਉੱਭਰਦਿਆਂ ਦੇਖੀਏ। ਅੱਜ ਲਈ ਬਸ ਇੰਨਾ ਹੀ। ਦੁਬਾਰਾ ਫਿਰ ਇਹੋ ਜਿਹਾ ਮੁੱਦਾ ਤੇ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਸਤਿ ਸ਼੍ਰੀ ਅਕਾਲ।